ਮਹਾਰਾਜ ਜੀ ਤਾਂ ਇਹ ਕਹਿੰਦੇ ਸੀਗੇ ਕਿ ਭਾਈ ਜੇ ਕਿਸੇ ਦਾ ਔਲਾਦ ਨਹੀਂ ਸੀ ਕਿ ਸਤਿਗੁਰ ਬੰਦੀ ਛੋੜ ਸਾਹਿਬ ਜੀ ਦੀ ਬਾਣੀ ਦਾ ਇੱਕ ਪਾਠ ਕਰਾ ਦਿਓ, ਤੁਹਾਡੇ ਘਰ ਵਿੱਚ ਔਲਾਦ ਹੋ ਜਾਏਗੀ। ਤੁਸੀਂ ਤਾਂ ਇੱਕ ਮੰਗਦੇ ਨੇ, ਸਤਿਗੁਰਾਂ ਨੇ ਦੋ ਦੇ ਦੇਣੇ। ਇਸੇ ਤਰ੍ਹਾਂ ਹੀ ਹੁੰਦੇ ਸੀ ਨਾਲ ਮਹਾਰਾਜ ਸਿੰਘ ਸਾਨੂੰ ਉੱਥੇ ਕਹਿੰਦੇ ਵੀ ਤੁਸੀਂ ਰਹਿ ਜਾਓ ਇੱਥੇ। ਅਸੀਂ ਮਹਾਰਾਜ ਸਾਡੇ ਚਾਚੇ ਦੀ ਕੁੜੀ ਦਾ ਵਿਆਹ ਹੈ ਵੀ ਅਸੀਂ ਤਾਂ ਕਰਕੇ ਸਾਨੂੰ ਜਾਣਾ ਜ਼ਰੂਰੀ ਆ। ਉਹ ਕਹਿੰਦੇ ਸਾਡੇ ਵਿਆਹ ਹੋ ਜਾਣੇ ਆ ਵੀ ਤੁਸੀਂ ਆਹ ਟਾਈਮ ਨਹੀਂ ਤੁਹਾਨੂੰ ਮਿਲਣਾ ਮੁੜ ਕੇ। ਇਹ 7-8 ਬੰਦੇ ਸੀ ਉਸ ਵੇਲੇ ਕੁਦਰਤੀ ਆ ਗਏ। ਮਨ ਦਾ ਪਛਤਾਵਾ ਵੀ ਮਨ 'ਚ ਰਹਿ ਗਿਆ ਜਿੰਨੀ ਵੀ ਗੱਲ ਦਾ। ਕਦੇ ਕਿਸੇ ਤੋਂ ਪੈਸਾ ਨਹੀਂ ਲਿਆ ਉਹਨਾਂ ਨੇ। ਹੱਥ ਵਿੱਚ ਕੰਬਲੀ ਤੇ ਇੱਕ ਸੋਠਾ, ਪੈਰੀਂ ਖੜਾਵਾਂ। ਕੋਈ ਪੈਸੇ ਦੇ ਨਾਲ ਮਤਲਬ ਨਹੀਂ ਤਾਂ ਹੁੰਦਾ ਉਹਨਾਂ ਦਾ। ਮਹਾਰਾਜ ਕਹਿੰਦੇ ਵੀ ਘੇ ਲਾ ਦੇ ਵੀ। ਮੈਂ ਕਿਹਾ ਮਹਾਰਾਜ ਲੁੱਖੀ ਰੋਟੀ ਤੁਸੀਂ ਕਿੱਦਾਂ ਖਾ ਲਓਗੇ? ਕਹਿੰਦਾ ਜੇ ਘੇ ਖਾਣਾ ਹੁੰਦਾ ਘਰ ਬੈਠਦੇ ਆ। ਉਹਨਾਂ ਦੇ ਕਹਿਣ 'ਤੇ ਹੀ ਮੇਰਾ ਜਨਮ ਹੋਇਆ ਔਰ ਮੇਰਾ ਜਨਮ ਜੋ ਮੇਰਾ ਨਾਂ ਗੁਰਚਰਨ ਹੈ ਵੀ ਮਹਾਰਾਜ ਦੇ ਕਹਿਣ 'ਤੇ ਹੀ ਰੱਖਿਆ ਗਿਆ। ਕਹਿੰਦਾ ਮਹਾਰਾਜ ਜੀ ਇਸ ਮੱਛੀ ਨੂੰ ਤਾਂ ਪਾਣੀ ਵਿੱਚੋਂ ਕੱਢੇ ਤੇ ਘੰਟਾ 1.5 ਘੰਟੇ ਦੇ ਉੱਪਰ ਹੋ ਗਿਆ, ਇਹ ਤਾਂ ਮਰ ਚੁੱਕੀ ਆ ਵੀ। ਤੇ ਮੱਛੀ ਦੇ ਉੱਪਰ ਆਪਣੇ ਸਿਰ ਦਾ ਜਿਹੜਾ ਪਟਕਾ ਸੀ ਉਹ ਕੱਢ ਕੇ ਮੱਛੀ ਦੇ ਉੱਪਰ ਪਾਇਆ ਤੇ ਉਹ ਤੋਂ ਬਾਅਦ ਮਹਾਰਾਜ ਜੀ ਨੇ ਆਪਣੀ ਚਿੱਪੀ ਦੇ ਵਿੱਚੋਂ ਛਿੱਟਾ ਮਾਰਿਆ ਤੇ ਮੱਛੀ ਨੇ ਛਾਲ ਮਾਰੀ ਪਾਣੀ 'ਚ। ਮਹਾਰਾਜ ਜੀ ਮੌਜ ਦੇ ਵਿੱਚ ਆਏ। ਮਹਾਰਾਜ ਜੀ ਨੇ ਖੜੇ ਹੋ ਕੇ ਉੱਥੇ ਖੁੰਡਾ ਮਾਰਿਆ। ਕਹਿੰਦੇ ਜਾ ਸੋਰੇ ਉੱਥੇ ਡੱਲੇ ਵਾਲੇ ਟੂਬਲ ਚੱਲੂਗੇ। ਤੇ ਤੀਏ ਚੌਥੇ ਦਿਨ ਆਏ, ਕਹਿੰਦੇ ਜੀ ਸਾਨੂੰ ਮਹਾਰਾਜ ਹੁਣ ਦੱਸੋ ਜੀ ਕਿੱਥੇ ਹੈਗੇ। ਫਿਰ ਅਸੀਂ ਕਿਹਾ ਕੋਈ ਮਹਾਰਾਜ ਨੂੰ ਦੱਸ ਦਿਓ, ਕਹਿੰਦੇ ਕਿਤੇ ਦੂਰ ਚੱਲ ਗਏ ਵੀ ਹੈ। ਕਹਿੰਦੇ ਕੋਈ ਨਹੀਂ ਅਸੀਂ ਉੱਥੇ ਚੱਲਿਆ। ਫਿਰ ਉੱਥੇ ਦੇ ਕਹਿੰਦੇ ਚਲੋ ਸਾਡੀ ਸ਼ਰਾਬ ਛੁੱਟ ਗਈ। ਕਹਿੰਦਾ ਉਹ ਕਹਿ ਕੇ ਚੱਲ ਗਏ। ਯਾਦਾਂ ਸਦਾ ਹੀ ਜਗਤ ਵਿੱਚ ਰਹਿਣੀਆਂ। ਵਾਹਿਗੁਰੂ ਧੰਨ ਸੁਆਮੀ ਗੰਗਾਨੰਦ ਜੀ। ਮਾਂ ਗੰਗਾ ਦਾ ਲਾਲ ਪਿਆਰਾ, ਪਿਤਾ ਈਸ਼ਵਰ ਦੀ ਅੱਖੀਆਂ ਦਾ ਤਾਰਾ, ਮੇਰਾ ਰਤਿਆਣ ਵਾਲਾ ਸਾਰੇ ਜਗ ਤੋਂ ਨਿਆਰਾ। ਮਾਂ ਗੰਗਾ ਦਾ ਲਾਲ ਪਿਆਰਾ, ਪਿਤਾ ਈਸ਼ਵਰ ਦੀ ਅੱਖੀਆਂ ਦਾ ਤਾਰਾ। सतगुरुदेव की जय। बंदी छोड़ महाराज की, बंदी छोड़ सतगुरु कबीर साहब महाराज की, बंदी छोड़ आचार्य गरीबदास जी महाराज, बंदी छोड़ सतगुरु ब्रह्म सागर भूरी वाले महाराज, धन धन सतगुरु रकबे वाले महाराज, धन धन श्री सतगुरु गंगानंद जी महाराज। ਪਹਿਲਾਂ ਸਭ ਤੋਂ ਪਹਿਲਾਂ ਯਾਦਾਂ ਮੇਰੇ ਸਾਹਿਬ ਦੀਆਂ ਡਾਕੂਮੈਂਟਰੀ ਰਾਹੀਂ ਪਿੰਡ ਡੱਲੇਵਾਲ ਤੋਂ ਮੇਰੇ ਛੋਟੇ ਵੀਰ ਬੱਚਿਆਂ ਨੇ ਜੋ ਸਤਿਗੁਰਾਂ ਦੇ ਪ੍ਰਤੀ, ਉਹਨਾਂ ਦੇ ਪਰਚਿਆਂ ਦੇ ਪ੍ਰਤੀ, ਉਹਨਾਂ ਦੇ ਜੋ ਬਾਣੀ ਦੇ ਪ੍ਰਤੀ, ਸਤਿਗੁਰਾਂ ਦੀ ਭੂਰੀ ਵਾਲਿਆਂ ਦੀ ਸ਼ਰਧਾ ਦੇ ਪ੍ਰਤੀ, ਜੋ ਸਤਿਗੁਰਾਂ ਦੀਆਂ ਗੱਲਾਂ, ਜੋ ਸਤਿਗੁਰਾਂ ਦੀਆਂ ਯਾਦਾਂ, ਜੋ ਸਤਿਗੁਰਾਂ ਦੇ ਪਰਚੇ ਸੀ, ਉਹ ਪਹਿਲਾਂ ਇਹ ਬੱਚੇ ਚਾਂਦਪੁਰ ਰੁੜਕੀ ਤੋਂ ਇਹਨਾਂ ਨੇ ਸਤਿਗੁਰਾਂ ਦੇ ਪਰਚੇ ਲਏ। ਅੱਜ ਅਸੀਂ ਆਪਣੇ ਪਿੰਡ ਡੱਲੇਵਾਲ ਕੁਟੀਆ ਤੋਂ ਧੰਨ ਧੰਨ ਸਤਿਗੁਰ ਗੰਗਾਨੰਦ ਮਹਾਰਾਜ ਜੀ ਦੀ ਚਰਨ ਛੋਹ ਧਰਤੀ ਡੱਲੇਵਾਲ ਤੋਂ ਸ਼ੁਰੂ ਕਰ ਰਹੇ ਹਾਂ। ਸਤਿਗੁਰਾਂ ਜੀ ਦੇ ਬਾਰੇ ਅਸੀਂ ਗੱਲ ਕਰੀਏ, ਧੰਨ ਧੰਨ ਮੇਰੇ ਸਤਿਗੁਰ ਬੰਦੀ ਛੋੜ ਸਾਹਿਬ ਗੰਗਾਨੰਦ ਜੀ ਮਹਾਰਾਜ, ਉਹ ਸਾਖਸ਼ਾਤ ਪਾਰ ਬ੍ਰਹਮ ਦਾ ਰੂਪ ਕਹਿ ਸਕਦੇ ਹਾਂ। ਇਸ ਪਿੰਡ ਡੱਲੇਵਾਲ ਵਿੱਚ ਜੋ ਇਹ ਕੁਟੀਆ ਹੈ, ਧੰਨ ਧੰਨ ਸਤਿਗੁਰ ਗੰਗਾਨੰਦ ਮਹਾਰਾਜ ਜੀ ਦੀ ਚਰਨ ਛੋਹ ਧਰਤੀ, ਇਸ ਕੁਟੀਆ ਦਾ ਨਾਮ ਧੰਨ ਧੰਨ ਸਤਿਗੁਰ ਗੰਗਾਨੰਦ ਜੀ ਦੇ ਨਾਮ 'ਤੇ ਰੱਖਿਆ ਗਿਆ, ਗੰਗਾਪੁਰੀ ਮੋਕਸ਼ ਧਾਮ ਡੱਲੇਵਾਲ। ਤੇ ਇਸ ਕੁਟੀਆ ਦੇ ਜੋ ਟਰਸਟ ਵੀ ਹੈ ਉਹ ਧੰਨ ਧੰਨ ਸਤਿਗੁਰ ਗੰਗਾਨੰਦ ਚੈਰੀਟੇਬਲ ਟਰਸਟ ਅਤੇ ਇੱਕ ਬੱਚਿਆਂ ਵੱਲੋਂ ਸਪੋਰਟਸ ਕਲੱਬ ਧੰਨ ਧੰਨ ਸਤਿਗੁਰ ਗੰਗਾਨੰਦ ਜੀ ਸਪੋਰਟਸ ਕਲੱਬ, ਦੋਵੇਂ ਟਰਸਟ ਤੇ ਸਪੋਰਟਸ ਕਲੱਬ ਸਤਿਗੁਰ ਗੰਗਾਨੰਦ ਜੀ ਦੇ ਨਾਮ 'ਤੇ ਇਸ ਕੁਟੀਆ ਦਾ ਨਾਮ ਵੀ ਗੰਗਾਪੁਰੀ ਮੋਕਸ਼ ਧਾਮ ਰੱਖਿਆ ਗਿਆ ਹੈ। ਸਤਿਗੁਰ ਗੰਗਾਨੰਦ ਮਹਾਰਾਜ ਜੀ ਦੀ ਕਿਰਪਾ ਨਾਲ ਅੱਜ ਵੀ ਇੱਥੇ ਸਤਿਗੁਰਾਂ ਦੀ ਬਾਣੀ ਦੇ 70-80 ਪਾਠੀ ਜੋ ਸਤਿਗੁਰ ਗੰਗਾਨੰਦ ਮਹਾਰਾਜ ਦੀ ਕਿਰਪਾ, ਸਤਿਗੁਰ ਭੂਰੀ ਵਾਲਿਆਂ ਦੀ ਕਿਰਪਾ ਦੇ ਨਾਲ ਇਹ ਸਭ ਇੱਥੇ ਜੋ ਵੀ ਮਹਾਰਾਜ ਦੀ ਪਾਠੀ ਹੈ
ਉਹ 70-80 ਪਾਠੀ ਤਕਰੀਬਨ ਡੱਲੇਵਾਲ ਦੇ ਵਿੱਚ ਬਾਣੀ ਦਾ ਪਾਠ ਕਰਦੇ ਨੇ। ਤੇ ਮਹਾਰਾਜ ਜਿਹੜੀ ਛੋਟੀ ਬੱਚੇ ਹੈਗੇ ਉਹ ਵੀ ਸਤਿਗੁਰਾਂ ਦੇ ਬਹੁਤ ਸੇਵਾ ਭਾਵ ਜੋ ਵੀ ਹੈ ਇਸ ਕੁਟੀਆ ਵਿੱਚ ਚੱਲਦਾ ਹੈ। ਇੱਥੇ ਹਰ ਸਾਲ 3-4 ਸਮਾਗਮ ਜਿਹੜੇ ਸਤਿਗੁਰਾਂ ਦੇ ਨਾਮ ਤੇ ਹੀ ਹੁੰਦੇ ਨੇ। ਤੋ ਬਾਕੀ ਜੋ ਵੀ ਸੇਵਾ ਸੰਭਾਲ ਜੋ ਵੀ ਸਤਿਗੁਰਾਂ ਦੀ ਹੈ ਉਹ ਸਤਿਗੁਰ ਗੰਗਾਨੰਦ ਮਹਾਰਾਜ ਜੀ ਦੀ ਹੀ ਦੇਣ ਹੈ ਇਸ ਨਗਰ ਤੇ। ਜੇ ਸਤਿਗੁਰਾਂ ਜਿਸ ਨਗਰ ਦਾ ਨਾਮ ਉੱਚਾ ਹੋਇਆ ਹੈ ਤਾਂ ਧੰਨ ਧੰਨ ਸਤਿਗੁਰ ਗੰਗਾਨੰਦ ਮਹਾਰਾਜ ਜੀ ਦੀ ਕਿਰਪਾ ਸਦਕਾ ਹੀ ਹੋਇਆ ਹੈ। ਬੋਲੋ ਸਤਿਗੁਰਦੇਵ ਕੀ ਜੈ। ਬੰਦੀ ਛੋੜ ਮਹਾਰਾਜ ਕੀ ਜੈ। ਬੋਲੋ ਬੰਦੀ ਛੋੜ ਮਹਾਰਾਜ ਕੀ ਸਾਹਿਬ ਸਤਿਗੁਰ ਭੂਰੀ ਵਾਲੇ ਮਹਾਰਾਜ, ਸਤਿਗੁਰ ਰਕਬੇ ਵਾਲੇ ਮਹਾਰਾਜ, ਮਹਾਂਜਗੇਸ਼ਵਰ ਸਤਿਗੁਰੂ ਗੰਗਾਨੰਦ ਮਹਾਰਾਜ ਕੀ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਅਸੀਂ ਧੰਨ ਧੰਨ ਸਤਿਗੁਰ ਗੰਗਾਨੰਦ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਧਰਤੀ ਕੁਟੀਆ ਡੱਲੇਵਾਲ ਵਿਖੇ ਖੜੇ ਹਾਂ। ਤੇ ਜੋ ਮਹਾਰਾਜ ਜੀ ਨੇ ਇਸ ਨਗਰ ਵਿੱਚ ਪਰਚੇ ਦਿੱਤੇ ਨੇ ਉਹ ਤਾਂ ਬਹੁਤ ਨੇ, ਤੇ ਮੈਂ ਸਮਝਦਾ ਉਹ ਤਾਂ ਪਾਰ ਬ੍ਰਹਮ ਤੇ ਬ੍ਰਹਮ ਗਿਆਨੀ ਮਹਾਂਪੁਰਸ਼ ਸੇ ਅਸੀਂ ਉਹਨਾਂ ਦੀ ਜਿੰਨੀ ਉਪਮਾ ਕਰ ਲਈ ਉਹ ਘੱਟ ਹੈ। ਤੇ ਮਹਾਰਾਜ ਜੀ ਨੇ ਭੂਰੀ ਵਾਲੇ ਭੇਖ ਦੇ ਵਿੱਚ ਸਤਿਗੁਰ ਬੰਦੀ ਛੋੜ ਮਹਾਰਾਜ ਜੀ ਦੀ ਬਾਣੀ ਦਾ ਬਹੁਤ ਜ਼ੋਰ ਸ਼ੋਰ ਨਾਲ ਪ੍ਰਚਾਰ ਕੀਤਾ। ਔਰ ਸਤਿਗੁਰ ਭੂਰੀ ਵਾਲਿਆਂ ਨੂੰ ਉਹਨਾਂ ਨੇ ਹਮੇਸ਼ਾ ਹਾਜ਼ਰ ਨਾਜ਼ਰ ਮੰਨਿਆ। ਜੇਕਰ ਸਤਿਗੁਰ ਮੇਰੇ ਗੁਰੂਦੇਵ ਮਹਾਰਾਜ ਗੰਗਾਨੰਦ ਮਹਾਰਾਜ ਜੀ ਦੀ ਗੱਲ ਕਰੀਏ ਤਾਂ ਉਹਨਾਂ ਦਾ ਆਪਣਾ ਜੀਵਨ ਬਹੁਤ ਹੀ ਤਿਆਗਮਈ ਸੀ, ਵਿਰਕਤ ਸੀ। ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਕਿਸੇ ਤੋਂ ਕਦੇ ਕੋਈ ਪੈਸਾ ਨਹੀਂ ਮੰਗਿਆ, ਨਾ ਕਦੇ ਦਰਬਾਰ ਸਾਹਿਬ ਮੋਹਰੇ 1 ਰੁਪਿਆ ਚੜ੍ਹਨ ਦਿੱਤਾ, ਔਰ ਬਿਲਕੁਲ ਵਿਰਕਤ ਜੀਵਨ ਬਤੀਤ ਕੀਤਾ ਹੈ। ਬੰਦੀ ਛੋੜ ਸਾਹਿਬ ਬਾਣੀ ਦੇ ਵਿੱਚ ਲਿਖਦੇ ਨੇ, ਗਰੀਬ ਜਬ ਲਗ ਜੋਗੀ ਜਗਤ ਗੁਰੂ, जब लग है निराश, जब मन में बेई आस, जगत गुरु जोगी दास। ਮੇਰੇ ਗੁਰੂਦੇਵ ਮਹਾਰਾਜ ਵੀ ਇਹੀ ਗੱਲ ਕਹਿੰਦੇ ਸੀ ਸਤਸੰਗ ਦੇ ਵਿੱਚ ਕਿ ਮਹਾਤਮਾ ਉਹੀ ਜਗਤ ਗੁਰੂ ਕਹਾ ਸਕਦਾ ਹੈ ਜਿਨ੍ਹਾਂ ਨੇ ਆਪਣੀਆਂ ਇੱਛਾਵਾਂ ਨੂੰ ਮਾਰਿਆ ਹੁੰਦਾ ਹੈ। ਔਰ ਜਿਹੜੇ ਸੰਤ ਪੈਸੇ ਮੰਗਦੇ ਨੇ ਜਾਂ ਕਿਸੇ ਭਗਤ ਨੂੰ ਖੁਸ਼ ਕਰਕੇ ਜਗ੍ਹਾ ਜ਼ਮੀਨ ਮੰਗਦੇ ਨੇ, ਉਹ ਸੰਤ ਜਗਤ ਗੁਰੂ ਨਹੀਂ ਕਹਾ ਸਕਦਾ। ਬੰਦੀ ਛੋੜ ਸਾਹਿਬ ਵੀ ਆਪਣੀ ਬਾਣੀ ਦੇ ਵਿੱਚ ਇਹੀ ਉਪਦੇਸ਼ ਦਿੰਦੇ ਨੇ ਸਾਨੂੰ। ਔਰ ਸਤਿਗੁਰਾਂ ਦੇ ਪਰਚੇ ਬਹੁਤ ਹੈ। ਸਾਡੇ ਪਿੰਡ ਵਿੱਚ ਹੀ 2-3 ਘਰਾਂ ਦੇ ਵਿੱਚ ਔਲਾਦ ਨਹੀਂ ਸੀ, ਔਰ ਮੇਰੇ ਗੁਰੂਦੇਵ ਸਤਿਗੁਰ ਗੰਗਾਨੰਦ ਮਹਾਰਾਜ ਜੀ ਨੇ ਉਹਨਾਂ 'ਤੇ ਕਿਰਪਾ ਕੀਤੀ। ਅੱਜ ਉਹਨਾਂ ਦੇ ਪਰਿਵਾਰ ਹੱਸਦੇ ਵਸਦੇ ਨੇ, ਔਰ ਉਹਨਾਂ ਦੇ ਘਰ ਦੇ ਵਿੱਚ ਬੇਟਿਆਂ ਨੇ ਜਨਮ ਲਿਆ। ਸਤਿਗੁਰਾਂ ਦੀ ਬੜੀ ਕਿਰਪਾ ਹੈ। ਮਹਾਰਾਜ ਜੀ ਤਾਂ ਇਹ ਕਹਿੰਦੇ ਸੀਗੇ ਕਿ ਭਾਈ ਜੇ ਕਿਸੇ ਦਾ ਔਲਾਦ ਨਹੀਂ ਸੀ ਕਿ ਸਤਿਗੁਰ ਬੰਦੀ ਛੋੜ ਸਾਹਿਬ ਜੀ ਦੀ ਬਾਣੀ ਦਾ ਇੱਕ ਪਾਠ ਕਰਾ ਦਿਓ, ਤੁਹਾਡੇ ਘਰ ਵਿੱਚ ਔਲਾਦ ਹੋ ਜਾਏਗੀ। ਤੁਸੀਂ ਤਾਂ ਇੱਕ ਮੰਗਦੇ ਨੇ, ਸਤਿਗੁਰਾਂ ਨੇ 2 ਦੇ ਦੇਣੇ। ਇਸੇ ਤਰ੍ਹਾਂ ਹੀ ਹੋਇਆ ਹੈ। ਸੋ ਅੱਜ ਮੈਂ ਸਮਝਦਾ ਹਾਂ ਕਿ ਭੇਖ ਦੇ ਵਿੱਚ ਜੋ ਲੜਾਈਆਂ ਹੋ ਰਹੀਆਂ ਨੇ ਉਹ ਸਾਰੇ ਪੈਸੇ ਦਾ ਹੀ ਕਾਰਨ ਹੈ। ਜਦ ਤੱਕ ਸਤਿਗੁਰ ਭੂਰੀ ਵਾਲੇ ਜਾਂ ਸਤਿਗੁਰ ਰਕਬੇ ਵਾਲੇ ਕਹਿ ਲਈਏ ਜਾਂ ਸਤਿਗੁਰ ਗੰਗਾਨੰਦ ਮਹਾਰਾਜ, ਹੋਰ ਵੀ ਬਹੁਤ ਪੂਜਨਿਕ ਸੰਤ ਨੇ, ਮਹਾਂਪੁਰਸ਼ ਨੇ ਭੇਖ ਦੇ ਵਿੱਚ, ਜਿਨ੍ਹਾਂ ਨੇ ਆਪਣੇ ਜੀਵਨ ਦੇ ਵਿੱਚ ਪੈਸੇ ਨੂੰ ਹੱਥ ਨਹੀਂ ਲਾਇਆ। ਤਾਂ ਉਦੋਂ ਭੇਖ ਦੇ ਵਿੱਚ ਬਹੁਤ ਹੀ ਸੁੱਖ ਸ਼ਾਂਤੀ ਸੀਗੀ। ਅੱਜ ਜਿਹੜਾ ਲੜਾਈ ਦਾ ਕਾਰਨ ਹੈ ਇਹ ਪੈਸਾ ਹੀ, ਮੈਂ ਤਾਂ ਇਹਨੂੰ ਪੈਸਾ ਹੀ ਸਮਝਦਾ ਵੀ ਪੈਸੇ ਦੇ ਕਾਰਨ ਹੀ ਲੜਾਈਆਂ ਹੁੰਦੀਆਂ ਨੇ। ਜਾਂ ਜਿਹੜੇ ਸੰਤ ਬਣ ਕੇ ਆਸ਼ਰਮਾਂ 'ਤੇ ਕਬਜ਼ੇ ਕਰਦੇ ਨੇ, ਇਹ ਸਾਰਾ ਮਾਣ ਵਡਿਆਈ ਔਰ ਪੈਸੇ ਦਾ ਹੀ ਚੱਕਰ ਹੈ। ਸੋ ਸਤਿਗੁਰ ਇਹਨਾਂ ਗੱਲਾਂ ਤੋਂ ਬਹੁਤ ਦੂਰ ਸਨ। ਮੈਂ ਸੁਣਿਆ ਮਹਾਂਪੁਰਸ਼ਾਂ ਦੇ ਮੁਖਾਰਬਿੰਦ ਤੋਂ ਕਿ ਇੱਕ ਵਾਰੀ ਸਤਿਗੁਰ ਧੰਨ ਧੰਨ ਸਤਿਗੁਰ ਰਾਜਗੁਰੂ ਜੀ ਮਹਾਰਾਜ ਜੀ, ਉਹਨਾਂ ਨੇ ਮਹਾਰਾਜ ਜੀ ਨੂੰ ਇੱਕ ਸੰਦੇਸ਼ ਭੇਜਿਆ, ਇੱਕ ਰੁੱਕਾ ਭੇਜਿਆ। ਉਸ ਸਮੇਂ ਦੇ ਵਿੱਚ ਟੈਲੀਫੋਨ ਨਹੀਂ ਹੁੰਦੇ ਸਨ। ਤਾਂ ਮਹਾਰਾਜ ਜੀ ਨੂੰ ਆਪਣੇ ਕੋਲ ਬੁਲਾਇਆ। ਕੁਝ ਸਮੇਂ ਬਾਅਦ ਮਹਾਰਾਜ ਜੀ ਉਹਨਾਂ ਦੇ ਕੋਲ ਪਹੁੰਚੇ, ਮਹਾਰਾਜ ਰਾਜਗੁਰੂ ਜੀ ਦੇ ਕੋਲ। ਤਾਂ ਮਹਾਰਾਜ ਰਾਜਗੁਰੂ ਨੇ ਕਿਹਾ ਕਿ ਇਹ ਜੋ ਹਰਿਦੁਆਰ ਦਾ ਆਸ਼ਰਮ ਹੈ ਇਹ ਤੁਸੀਂ ਆਪਣੇ ਨਾਂ ਲਗਵਾ ਲਓ।
ਮਹਾਰਾਜ ਜੀ ਨੇ ਮੋਹਰਿਓਂ ਜਵਾਬ ਦਿੱਤਾ ਕਿ ਮਹਾਰਾਜ ਜੀ ਤੁਸੀਂ ਸਾਨੂੰ ਕਹਿੰਦੇ ਐ ਵੀ ਆਪਣੇ ਨਾਂ ਕਿਉਂ ਨਹੀਂ ਲਗਵਾ ਲੈਂਦੇ। ਮਹਾਰਾਜ ਰਾਜਗੁਰੂ ਨੇ ਕਿਹਾ ਵੀ ਅਸੀਂ ਤਿਆਗੀ ਹਾਂ। ਸਤਿਗੁਰ ਗੰਗਾਨੰਦ ਜੀ ਨੇ ਉੱਤਰ ਦਿੱਤਾ ਕਿ ਅਸੀਂ ਵੀ ਤਿਆਗੀ ਹਾਂ ਮਹਾਰਾਜ ਜੀ, ਅਸੀਂ ਵੀ ਆਸ਼ਰਮ ਆਪਣੇ ਨਾਂ ਨਹੀਂ ਲਾਉਣਾ। ਸੋ ਇਹੋ ਜਿਹੇ ਸਨ ਮੇਰੇ ਸਤਿਗੁਰ ਗੰਗਾਨੰਦ ਮਹਾਰਾਜ ਜੀ ਭੂਰੀ ਵਾਲੇ। ਸੋ ਮੈਂ ਸਮਝਦਾ ਕਿ ਅੱਜ ਦੇ ਸੰਤਾਂ ਨੂੰ ਮਹਾਰਾਜ ਗੰਗਾਨੰਦ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ, ਆ ਜੋ ਨਿੰਮ ਦਾ ਬ੍ਰਿਕਸ਼ ਹੈ, ਮਹਾਰਾਜ ਅਕਸਰ ਇੱਥੇ ਬੈਠਿਆ ਕਰਦੇ ਸਨ। ਸੋ ਅੱਜ ਵੀ ਮਹਾਰਾਜ ਜੀ ਦੇ ਸੇਵਕਾਂ ਨੇ ਉਹਨਾਂ ਦੀ ਯਾਦ ਨੂੰ ਉਸੇ ਤਰ੍ਹਾਂ ਬਰਕਰਾਰ ਰੱਖਿਆ ਹੋਇਆ। ਆ ਜੋ ਕੈਬਨ ਸ਼ੀਸ਼ੇ ਦਾ ਬਣਾ ਕੇ ਔਰ ਸਤਿਗੁਰਾਂ ਦਾ ਸਰੂਪ ਇਸੇ ਹੀ ਜਗ੍ਹਾ ਤੇ ਸੁਸ਼ੋਭਿਤ ਕੀਤਾ ਹੋਇਆ। ਸੋ ਸੰਗਤ ਦਾ ਮਹਾਰਾਜ ਜੀ ਨਾਲ ਬਹੁਤ ਪ੍ਰੇਮ ਹੈ। ਮਹਾਰਾਜ ਜੀ ਵੀ ਬਹੁਤ ਪ੍ਰੇਮ ਕਰਦੇ ਸਨ ਸੰਗਤ ਨੂੰ। ਸੋ ਸੰਗਤ ਨੇ ਮਹਾਰਾਜ ਜੀ ਦੀ ਯਾਦ ਨੂੰ ਉਸੇ ਤਰ੍ਹਾਂ ਆਪਣੇ ਜੀਵਨ ਦੇ ਵਿੱਚ ਪਰੋ ਕੇ ਰੱਖਿਆ ਹੋਇਆ ਹੈ। ਸੰਗਤ ਜੀ, ਅੱਜ ਮਹਾਪੁਰਸ਼ ਸਤਿਗੁਰ ਗੰਗਾਨੰਦ ਮਹਾਰਾਜ ਨੂੰ ਗਿਆ ਨੂੰ ਬੇਸ਼ੱਕ 39 ਸਾਲ ਹੋ ਗਏ, ਪਰ ਅੱਜ ਵੀ ਉਹ ਹਾਜ਼ਰ ਨਾਜ਼ਰ ਹੈ। ਜੋ ਵੀ ਕੋਈ ਇੱਥੇ ਆ ਕੇ ਕੋਈ ਵੀ ਸੁੱਖ ਸੁੱਖਦਾ ਹੈ, ਕੋਈ ਵੀ ਮਨੋਕਾਮਨਾ ਕਰਦਾ ਹੈ, ਤਾਂ ਸਤਿਗੁਰ ਅੱਜ ਵੀ ਹਾਜ਼ਰ ਨਾਜ਼ਰ ਨੇ, ਆਪਣੇ ਸੇਵਕਾਂ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਨੇ। ਸੰਗਤ ਜੀ, ਮੈਂ ਸਮਝਦਾ ਕਿ ਰੱਤੇਵਾਲ ਇੱਥੋਂ 38 ਜਾਂ 40 ਕਿਲੋਮੀਟਰ ਦੇ ਕਰੀਬ ਹੈ, ਪਰ ਇਸ ਨਗਰ ਦੀ ਸੰਗਤਾਂ ਦਾ ਮਹਾਰਾਜ ਜੀ ਨਾਲ ਇੰਨਾ ਪ੍ਰੇਮ ਹੈ ਕਿ ਸੰਗਤ ਪੈਦਲ ਚੱਲ ਕੇ, ਉਹ ਬੇਸ਼ੱਕ ਬਜ਼ੁਰਗ ਹੋਣ, ਯੁਵਾ ਹੋਣ ਜਾਂ ਬੱਚੇ ਹੋਣ, ਇੱਥੋਂ ਪੈਦਲ ਚੱਲ ਕੇ 40 ਕਿਲੋਮੀਟਰ ਦੇ ਕਰੀਬ ਰੱਤੇਵਾਲ ਹੈ, ਸਤਿਗੁਰਾਂ ਦੇ ਧਾਮ 'ਤੇ ਹਾਜ਼ਰੀਆਂ ਭਰਦੇ ਨੇ। ਔਰ ਸਤਿਗੁਰਾਂ ਦਾ ਵਚਨ ਹੈ, ਵਰ ਹੈ ਉਸ ਰੱਤੇਵਾਲ ਧਰਤੀ ਨੂੰ ਕਿ ਜੋ ਵੀ ਇੱਥੇ ਆ ਕੇ ਸੇਵਾ ਕਰੇਗਾ ਔਰ ਸੱਚੇ ਮਨੋਂ ਆਵੇਗਾ, ਸੋ ਉਹਨਾਂ ਦੀਆਂ ਮਨੋਕਾਮਨਾ ਪੂਰੀਆਂ ਹੋਣਗੀਆਂ। ਤੋ ਮੈਂ ਸਮਝਦਾ ਹਾਂ, ਮੈਂ ਜਾ ਕੇ ਦੇਖਿਆ ਵੀ ਹੈ, ਧਾਮ ਸਾਰੇ ਪੂਜਨੀਕ ਨੇ, ਸਾਰੇ ਧਾਮ ਆਦਰਨੀय ਨੇ, ਪੂਜਨੀय ਨੇ। ਪਰ ਜੇਕਰ ਰੱਤੇਵਾਲ ਦੀ ਗੱਲ ਕਰੀਏ ਤਾਂ ਉਸ ਧਾਮ 'ਤੇ ਲੋਕ 1 ਕਿਲੋਮੀਟਰ ਦੇ ਲੰਮੇ ਪੈ ਕੇ ਡੰਡੌਤਾਂ ਕਰਦੇ ਆਉਂਦੇ ਨੇ। ਔਰ ਮਹਾਰਾਜ ਜੀ ਉਹਨਾਂ ਦੀਆਂ ਸਭਨਾਂ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਨੇ। ਸੋ ਮਹਾਰਾਜ ਜੀ ਨੇ ਵਰ ਦਿੱਤਾ ਹੋਇਆ ਉਸ ਧਰਤੀ ਨੂੰ, ਰੱਤੇਵਾਲ ਧਾਮ ਨੂੰ ਕਿਹਾ ਸੀ ਵੀ ਜੇਕਰ ਕਿਸੇ ਤੋਂ ਛਡਾਣੀ ਨਹੀਂ ਪਹੁੰਚਿਆ ਜਾਂਦਾ, ਉਸ ਸਮੇਂ ਦੀ ਗੱਲ ਹੈ ਜਦੋਂ ਗਰੀਬੀ ਬਹੁਤ ਸੀ, ਛਡਾਣੀ ਜਾਣਾ ਵੀ ਬਹੁਤ ਔਖਾ ਸੀ ਸੰਗਤ ਵਾਸਤੇ। ਮਹਾਰਾਜ ਜੀ ਨੇ ਕਿਹਾ ਵੀ ਜੇਕਰ ਕਿਸੇ ਤੋਂ ਛਡਾਣੀ ਨਹੀਂ ਪਹੁੰਚਿਆ ਜਾਂਦਾ ਤਾਂ ਉਹ ਇੱਥੇ ਆ ਕੇ ਕੋਈ ਵੀ ਸੁੱਖ ਸੁੱਖਦਾ ਹੈ ਔਰ ਉਸ ਭਗਤ ਦੀ ਹਰ ਮਨੋਕਾਮਨਾ ਪੂਰੀ ਹੋਵੇਗੀ। ਔਰ ਸੰਗਤ ਜੀ, ਅੱਜ ਵੀ ਰੱਤੇਵਾਲ ਧਾਮ 'ਚ ਜੇ ਬਾਜੇ ਵੱਜਦੇ ਨੇ ਤਾਂ ਧਾਮ ਰੱਤੇਵਾਲ ਧਾਮ 'ਚ ਹੀ ਵੱਜਦੇ ਨੇ। ਸੋ ਬੜੀ ਅਪਾਰ ਕਿਰਪਾ ਹੈ ਸਤਿਗੁਰਾਂ ਦੀ। ਸਤਿਗੁਰ ਆਪਣੇ ਭਗਤਾਂ ਦੀਆਂ ਮਨੋਕਾਮਨਾ ਪੂਰੀਆਂ ਕਰਦੇ ਨੇ। ਇਹੋ ਜਿਹੇ ਸਨ ਮੇਰੇ ਸਤਿਗੁਰ ਗੰਗਾਨੰਦ ਮਹਾਰਾਜ ਜੀ ਭੂਰੀ ਵਾਲੇ। ਸੋ ਮੈਂ ਸਮਝਦਾ ਕਿ ਅੱਜ ਦੇ ਸੰਤਾਂ ਨੂੰ ਉਹਨਾਂ ਦੇ ਜੀਵਨ ਤੋਂ ਸੇਧ ਲੈਣੀ ਚਾਹੀਦੀ ਹੈ। ਬਾਣੀ ਦਾ ਪ੍ਰਚਾਰ ਜ਼ੋਰ ਸ਼ੋਰ ਨਾਲ ਕਰਨਾ ਚਾਹੀਦਾ ਹੈ ਔਰ ਸੰਗਤ ਨੂੰ ਆਪਣੇ ਨਾਲ ਨਹੀਂ, ਸਾਹਿਬ ਸਤਿਗੁਰ ਬੰਦੀ ਛੋੜ ਸਾਹਿਬ ਨਾਲ ਔਰ ਮਹਾਰਾਜ ਭੂਰੀ ਵਾਲਿਆਂ ਨਾਲ ਜੋੜਨਾ ਚਾਹੀਦਾ ਹੈ। ਬੋਲੋ ਬੰਦੀ ਛੋੜ ਮਹਾਰਾਜ ਕੀ ਜੈ। ਸਤਿ ਸਾਹਿਬ ਜੀ, ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਸਾਡੇ ਹੀ ਪਿੰਡ ਦੇ ਨੇਕ, ਸੂਝਵਾਨ ਤੇ ਹਰ ਵੇਲੇ ਪ੍ਰਮਾਤਮਾ ਦੀ ਭਗਤੀ 'ਚ ਲੀਨ ਰਹਿਣ ਵਾਲੇ ਠੇਕੇਦਾਰ ਮੋਹਨ ਲਾਲ ਜੀ ਨਾਲ। ਇਹਨਾਂ ਦਾ ਮਹਾਰਾਜਾਂ ਨਾਲ ਬਹੁਤ ਜ਼ਿਆਦਾ ਪ੍ਰੇਮ ਰਿਹਾ ਹੈ ਤੇ ਇਹ ਸਾਡੀ ਕੁਟੀਆ ਦੇ 40 ਸਾਲ ਤੋਂ ਪ੍ਰਮੁੱਖ ਸੇਵਾਦਾਰ ਵੀ ਰਹੇ ਹਨ। ਹੁਣ ਇਹਨਾਂ ਨਾਲ ਅਸੀਂ ਗੱਲ ਕਰਾਂਗੇ ਅਤੇ ਮਹਾਰਾਜਾਂ ਦੇ ਪਰਚੇ ਬਾਰੇ ਸੁਣਾਂਗੇ। ਸਤ ਸਾਹਿਬ ਬੰਦੀ ਛੋੜ ਮਹਾਰਾਜ ਕੀ ਜੈ। ਮਹਾਰਾਜ ਸਤਿਗੁਰੂ ਮਹਾਰਾਜ ਗੰਗਾਨੰਦ ਜੀ ਮਹਾਰਾਜ ਦੇ ਅਨੇਕਾਂ ਹੀ ਪਰਚੇ ਨੇ ਜਿਹੜੇ ਮੇਰੇ ਨਾਲ ਮੈਂ ਆਪਣੀ ਅੱਖੀਂ ਦੇਖੇ ਨੇ ਜਾਂ ਮੇਰੇ ਸਾਹਮਣੇ ਹੋਏ ਨੇ। ਉਹਨਾਂ ਬਾਰੇ ਮੈਂ ਥੋੜ੍ਹਾ ਜਿਹਾ ਚਾਨਣਾ ਪਾਉਣਾ ਚਾਹੁੰਦਾ। ਇੱਕ ਵਾਰ ਸਾਡੇ ਚਾਚਾ ਹੰਸਰਾਜ ਜੀ ਮੈਨੂੰ ਕਹਿੰਦੇ ਵੀ ਵਿਛੋੜੀ ਮਹਾਰਾਜ ਜੀ ਆਏ ਵੇ ਨੇ, ਵੀ ਉਹਨਾਂ ਤੋਂ ਪਾਠ ਦੀ ਡੇਟ ਲੈ ਕੇ ਆਉਣੀ ਹੈ।
ਵੀ ਕਿਹੜੇ ਦਿਨ ਸਾਡੇ ਪਾਠ ਪ੍ਰਕਾਸ਼ ਹੋਣਾ। ਮੈਂ ਇੱਥੋਂ ਬੱਸ ਬੈਠ ਕੇ ਗਿਆ ਬਾਲਾਚੌਰ ਦੁਰਲੇ ਪਾਸੇ ਜਿਹੜਾ ਅੱਡਾ ਸੀ, ਉੱਥੋਂ ਤੁਰ ਕੇ ਮੇਰੇ ਮਨ 'ਚ ਕਈ ਤਰ੍ਹਾਂ ਦੇ ਆਈ ਗਏ ਮੈਨੂੰ ਵੀ ਮਹਾਰਾਜ ਉਹਨਾਂ ਨੂੰ ਦੱਸਣਾ ਪੈਣਾ ਵੀ ਮਹਾਰਾਜ ਹੁਣੀ ਵੀ ਮੈਂ ਡੱਲੇਵਾਲ ਤੋਂ ਆਇਆ, ਮੈਨੂੰ ਫਲਾਣੇ ਨੇ ਭੇਜਿਆ, ਸੌਰੀ ਸਾਹਿਬ ਉਹਨਾਂ ਨੇ ਮੈਨੂੰ ਭੇਜਿਆ। ਉਹ ਤੋਂ ਬਾਅਦ ਵੀ ਪਾਠ ਵਾਰਸ ਮੈਨੂੰ ਭੇਜਿਆ। ਜਿਸ ਵੇਲੇ ਮੈਂ ਉਹਨਾਂ ਕੋਲੇ ਮੇਰੇ ਮਨ 'ਚ ਇਹ ਗੱਲਾਂ ਦੀ ਸਾਰੀਆਂ ਜਾਂਦੇ ਸੀ। ਜਿਸ ਵੇਲੇ ਮਹਾਰਾਜ ਉਹਨਾਂ ਨੂੰ ਜਾ ਕੇ ਉੱਥੇ ਡੰਡੌਤ ਕੀਤੀ ਵਿਛੋੜੀ ਮੰਦਿਰ ਜਾ ਕੇ, ਮਹਾਰਾਜ ਜੀ ਮੈਨੂੰ ਕਹਿੰਦੇ ਮੇਰੇ ਨਾਲੇ ਪਿੱਠਪੁਰ ਨਾਲੇ ਥਾਪੀ ਦਿੱਤੀ ਮੈਨੂੰ, ਨਾਲੇ ਮੈਨੂੰ ਕਹਿੰਦੇ ਪਹਿਲਾਂ ਰੋਟੀ ਖਾ ਲੈ ਫਿਰ ਤੁਹਾਨੂੰ ਦੱਸਦੇ ਪਾਠ ਦੀ ਡੇਟ ਕਰ ਦੇਣੀ ਹੈ। ਮਹਾਰਾਜ ਹੁਣੀ ਵਰਤਾਂ ਭੂਤ ਵਰਤਮਾਨ ਭਵਿੱਖ ਤਿੰਨੇ ਚੀਜ਼ਾਂ ਜਾਣਦੇ ਸੀ। ਉਹਨਾਂ ਨੂੰ ਸਾਰੀਆਂ ਗੱਲਾਂ ਬਾਰੇ ਉਹਨਾਂ ਨੂੰ ਨੌਲੇਜ ਸੀ ਉਹਨਾਂ ਨੂੰ। ਉਹ ਤੋਂ ਬਾਅਦ ਫਿਰ ਮਹਾਰਾਜ ਹੁਣੀ ਉੱਥੋਂ ਜਿਸ ਵੇਲੇ ਆਉਣਾ ਸੀ, ਮੈਂ ਉਹਨੂੰ ਮਹਾਰਾਜ ਉਹਨਾਂ ਤੋਂ ਇਜਾਜ਼ਤ ਲੈ ਕੇ ਮੈਂ ਕਿਹਾ ਮਹਾਰਾਜ ਮੈਂ ਜਾਂਦਾ ਹੁਣ। ਕਹਿੰਦੇ ਨਹੀਂ ਸਾਡੇ ਨਾਲ ਚੱਲਣਾ। ਫਿਰ ਕੰਢੀ ਤੋਂ ਕੋਈ ਟਰੈਕਟਰ ਸੀ ਆਇਆ ਵਾ, ਮਹਾਰਾਜ ਜੀ ਵੀ ਉਸ ਟਰੈਕਟਰ 'ਤੇ ਬੈਠ ਕੇ ਆਏ, ਮੈਂ ਵੀ ਉਸ ਟਰੈਕਟਰ 'ਤੇ ਬੈਠ ਕੇ ਆਇਆ। ਫਿਰ ਉਹਨਾਂ ਨੇ ਮੈਨੂੰ ਬਾਲਾਚੌਰਾ ਰੋਡ 'ਤੇ ਲਾਇਆ। ਉਹ ਤੋਂ ਬਾਅਦ ਮੈਂ ਪਿੰਡ ਆ ਗਿਆ। ਇੱਕ ਵਾਰ ਮੈਂ ਮਹਾਰਾਜ ਉਹਨਾਂ ਨੂੰ ਵਿਛੋੜੀ ਤੋਂ ਲੈ ਕੇ ਵਿਛੋੜੀ ਅਸੀਂ ਇੱਥੋਂ ਸਾਡੇ ਪਾਠ ਭੋਗ ਪਿਆ, 7-8 ਬੰਦੇ ਅਸੀਂ ਨਾਲ ਗਏ ਟਰੈਕਟਰ 'ਚ। ਆਸ਼ਰ ਟਰੈਕਟਰ ਹੁੰਦਾ ਸੀ ਸਾਡੇ ਚਾਚੇ ਕੁੜੀ ਦਾ ਵਿਆਹ ਵੀ ਸੀ 84 ਦੇ ਵਿੱਚ ਹੀ ਸੀ, 84-83 'ਚ। ਉਹ ਜਿਹੜੇ 7-8 ਬੰਦੇ ਸੀ ਨਾਲ, ਮਹਾਰਾਜ ਜੀ ਸਾਨੂੰ ਉੱਥੇ ਕਹਿੰਦੇ ਵੀ ਤੁਸੀਂ ਰਹਿ ਜਾਓ ਇੱਥੇ। ਅਸੀਂ ਕਿਹਾ ਮਹਾਰਾਜ ਸਾਡੇ ਚਾਚੇ ਦੀ ਕੁੜੀ ਦਾ ਵਿਆਹ ਹੈ ਵੀ ਅਸੀਂ ਤਾਂ ਕਰਕੇ ਸਾਨੂੰ ਜਾਣਾ ਜ਼ਰੂਰੀ ਹੈ। ਉਹ ਕਹਿੰਦੇ ਸਾਰੇ ਵਿਆਹ ਹੋ ਹੀ ਜਾਣੇ ਹੈ ਵੀ ਤੁਸੀਂ ਆਹ ਟਾਈਮ ਨਹੀਂ ਤੁਹਾਨੂੰ ਮਿਲਣਾ ਮੁੜ ਕੇ। ਇਹ 7-8 ਬੰਦੇ ਸੀ ਉਸ ਵੇਲੇ ਕੁਦਰਤੀ ਆ ਗਏ। ਉਹ ਮਨ ਦਾ ਪਛਤਾਵਾ ਵੀ ਮਨ 'ਚ ਰਹਿ ਗਿਆ, ਜਿੰਨੀ ਵੀ ਗੱਲ ਦਾ ਸੀ ਜਿੰਨਾ ਪਛਤਾਵਾ ਰਹਿ ਗਿਆ। ਇੱਕ ਵਾਰ ਚਾਚੇ ਨੇ ਸਾਡੇ ਨੇ ਸਾਨੂੰ ਹੰਸਰਾਜ ਨੇ ਟਰੈਕਟਰ ਸਕਾਟ ਹੁੰਦਾ ਸੀ, ਮੈਨੂੰ ਕਹਿੰਦੇ ਮਹਾਰਾਜ ਹੁਣ ਲੈ ਕੇ ਆਉਣ ਡਾਂਸੀਆਂ ਤੋਂ ਸਾਡੇ ਪਾਠ ਪ੍ਰਕਾਸ਼ ਕਰਨਾ ਸੀ ਕੋਠੀਆ ਆ ਕੇ। ਮੈਂ ਸਿੰਗਲ ਸੜਕ ਹੁੰਦੀ ਹੁਸ਼ਿਆਰਪੁਰ ਵਾਲੀ, ਸਿੰਗਲ ਸੜਕ ਹੁੰਦੀ ਹੁਸ਼ਿਆਰਪੁਰ ਵਾਲੀ। ਮੈਂ ਅਸੀਂ ਮਹਾਰਾਜ ਨੂੰ ਪਿੱਛੇ ਰਜਾਈ ਲਾ ਕੇ ਟਰਾਲੀ 'ਚ ਗੱਦਾ ਲਾਇਆ ਸੀ, ਆਸਰ ਲਾਇਆ ਵਾ ਸੀ। ਨਾਲ ਮਹਾਰਾਜ ਨਾਲ ਹੋਰ 2-3 ਚੇਲੇ ਵੀ ਹੈਗੇ ਸੀ, ਨਾਲ ਪਾਠੀ ਵੀ ਹੈਗੇ ਸੀ। ਜਿਸ ਵੇਲੇ ਮੈਂ ਹੌਲੀ ਆਉਣਾ ਸੀ, ਮਹਾਰਾਜ ਨੇ ਮੈਨੂੰ 2-3 ਵਾਰੀ ਕਿਹਾ, ਮੈਨੂੰ ਕਹਿੰਦੇ ਤੇਜ਼ ਚੱਲ ਪਾਠ ਪ੍ਰਕਾਸ਼ ਕਰਨਾ। ਮੈਨੂੰ ਐਂ ਸੀ, ਮੈਂ ਕਿਹਾ ਮਹਾਰਾਜ ਨੂੰ ਮਗਰ ਬੈਠੇ ਮੈਂ ਹੌਲੀ ਚੱਲਦਾ ਸੀ। ਮਹਾਰਾਜ ਨੇ ਮੈਨੂੰ ਕਹਿੰਦੇ ਉੱਤਰ ਟਰੈਕਟਰ ਪਰ ਤੂੰ ਛੱਡ ਟਰੈਕਟਰ ਨੂੰ। ਆਪਣੇ ਇੱਕ ਚੇਲੇ ਨੂੰ ਕਹਿ ਦਿੱਤਾ ਮਹਾਰਾਜ ਨੇ, ਉਸ ਵੇਲੇ ਸੰਤ ਉਹ ਵੀ ਜਿਹੜਾ ਚਲਾਉਣਾ, ਉਹ ਕਹਿੰਦੇ ਵੀ ਇਹਨੇ ਚਲਾਉਣੀ ਟਰੈਕਟਰ। ਉਹ ਤੋਂ ਬਾਅਦ ਜਿਸ ਵੇਲੇ ਉਹ ਟਰੈਕਟਰ ਚਲਾਉਣ ਲੱਗ ਪਿਆ, ਸਿੰਗਲ ਸੜਕ ਸੀ, ਮੋਹਰੋਂ ਕੋਈ ਚੀਜ਼ ਆਈ ਹੈ, ਸਾਈਡਾਂ 'ਤੇ ਬਜਰੀ ਪਈ ਸੀ ਡਬਲ ਸੜਕ ਕਰਨ ਵਾਸਤੇ। ਟਰੈਕਟਰ ਇੰਨਾ ਉਲਟਿਆ ਪਲਟਿਆ ਸਾਰਿਆਂ ਪਾਸੇ ਨੂੰ ਗਿਆ ਅਤੇ ਟਰਾਲੀ ਦਾ ਕੁਛ ਨਹੀਂ ਵਿਗੜਿਆ, ਟਰੈਕਟਰ ਦਾ ਕੁਛ ਨਹੀਂ ਵਿਗੜਿਆ। ਚਲੋ ਮੈਂ ਮਹਾਰਾਜ ਨੂੰ ਫਿਰ ਮੁੜ ਕੇ ਬੇਨਤੀ ਕੀਤੀ, ਮੈਂ ਕਿਹਾ ਮਹਾਰਾਜ ਮੈਂ ਹੀ ਤੇਜ਼ ਚਲਾਉਣਾ, ਹੱਥ ਜੋੜ ਕੇ। ਕਹਿੰਦੇ ਚੰਗਾ ਫਿਰ ਤੇਜ਼ ਚਲਾਉਣਾ ਪੈਣਾ ਤੈਨੂੰ। ਉਹ ਤੋਂ ਬਾਅਦ ਫਿਰ ਉਹ ਟਰੈਕਟਰ ਲੈ ਕੇ ਅਸੀਂ ਜਦੋਂ ਪਿੰਡ ਆ ਗਏ, ਦੂਜੇ ਦਿਨ ਪਾਠ ਪ੍ਰਕਾਸ਼ ਕਰਨਾ ਸੀ। ਪਾਠ ਪ੍ਰਕਾਸ਼ ਹੋਇਆ, ਉਹ ਟਰੈਕਟਰ ਦੂਜੇ ਦਿਨ ਆ ਕੇ ਖਰਾਬ ਹੋ ਗਿਆ ਇੱਥੇ ਭੱਠੇ 'ਚ ਉਹ ਏਜੰਸੀ 'ਚ ਲੈ ਕੇ ਟਰੈਕਟਰ ਨੂੰ। ਜਦੋਂ ਮਹਾਰਾਜ ਨੂੰ ਬਾਹਰ ਜਾਣਾ ਸੀ, ਅਸੀਂ ਮਹਾਰਾਜ ਉਹਨਾਂ ਦੇ ਨਾਲ ਚੱਲ ਪਏ ਇੱਥੋਂ ਗੜ੍ਹਸ਼ੰਕਰ ਨੂੰ। ਮੇਰੇ ਨਾਲ ਸਾਡਾ ਚਾਚਾ ਅੰਮਾ ਭਗਤ ਸੀ, ਨਾਲ 2 ਜਣੇ ਅਸੀਂ ਗਏ ਇੱਥੋਂ ਗੜ੍ਹਸ਼ੰਕਰ ਚੜ੍ਹਾਉਣ ਵਾਸਤੇ। ਜਦੋਂ ਗੜ੍ਹਸ਼ੰਕਰ ਗਏ ਤਾਂ ਜਿਹੜੀ ਬੱਸ ਇੱਕ ਜਾਂਦੀ ਸੀ ਉਹਨਾਂ ਟਾਈਮਾਂ 'ਚ ਕੋਈ ਵਿਛੋੜੀ ਨਹੀਂ ਜਾਂਦੀ, 5-5:30 ਵਜੇ ਜਾਣੀ ਸੀ। ਉਹ ਬੱਸ ਦਾ ਟਾਈਮ ਨਿਕਲ ਗਿਆ, ਸਾਨੂੰ ਇਹ ਵੀ ਨਿਕਲ ਗਏ। ਅਸੀਂ ਉਸ ਵੇਲੇ ਇਨਵੈਸਟਰ ਕਾਰਾਂ ਹੁੰਦੀਆਂ ਸੀ 2-3 ਸਾਰੀਆਂ ਅੱਡੇ 'ਚ। ਅਸੀਂ ਕਾਰ ਵਾਲੇ ਨੂੰ ਮੈਂ ਕਿਹਾ, ਮੈਂ ਕਿਹਾ ਵੀ ਇੱਦਾਂ ਕਰਕੇ ਮਹਾਰਾਜ ਨੂੰ ਵਿਛੋੜੀ ਜਾਣਾ ਵੀ ਉੱਥੇ ਤੱਕ ਛੱਡ ਕੇ ਆਉਣਾ। ਕਾਰ ਵਾਲਾ ਸਾਡੇ ਨਾਲ ਚੰਡੀਗੜ੍ਹ ਮੋੜ ਤੱਕ ਗਿਆ। ਮਹਾਰਾਜ ਨੂੰ ਇਨਕਾਰੀ ਕਰਤੀ, ਕਹਿੰਦੇ ਅਸੀਂ ਨਹੀਂ ਕਾਰ 'ਚ ਬੈਠਣਾ। ਮਹਾਰਾਜ ਨੂੰ ਕਾਰ 'ਚ ਨਹੀਂ ਬੈਠੇ। ਮੈਂ ਉਸ ਵੇਲੇ ਮਹਾਰਾਜ ਨੂੰ ਬੇਨਤੀ ਕੀਤੀ, ਮੈਂ ਕਿਹਾ ਮਹਾਰਾਜ ਜੇ ਮੈਂ ਟਰੈਕਟਰ ਲਿਆਵਾਂ ਏਜੰਸੀ 'ਚੋਂ। ਉਹ ਕਹਿੰਦੇ ਟਰੈਕਟਰ ਲਿਆਉਂਗੇ ਤੁਸੀਂ, ਕੋਈ ਗੱਲ ਨਹੀਂ, ਅਸੀਂ ਬੈਠ ਜਾਵਾਂਗੇ। ਉਹ 'ਤੇ ਬੈਠ ਜਾਗੇ ਅਸੀਂ। ਉਹ ਮੈਂ ਜਿਹੜਾ ਏਜੰਸੀ ਗਿਆ, ਇੱਕ ਗੜ੍ਹਸ਼ੰਕਰ ਸ਼ਹਿਰ 'ਚ ਏਜੰਸੀ ਸੀ, ਉਹਦੇ ਐਤਵਾਰ ਸੀ, ਉਹ ਬੰਦ ਸੀ। ਮੇਰੇ ਮਨ 'ਚ ਬਹੁਤ ਪਛਤਾਵਾ ਹੋਈ। ਮਹਾਰਾਜ ਹੁਣੀ ਵਿਛੋੜੀ ਨੂੰ ਤੁਰ ਕੇ ਚੱਲ ਪਏ ਚੰਡੀਗੜ੍ਹ ਰੋਡ ਰਸਤੇ ਜਿਹੜਾ ਸੀ। ਉਹ ਜਿਸ ਵੇਲੇ ਅੱਗੇ 'ਤੇ ਭਗਤ ਜੀ ਨਹੀਂ ਆਉਂਦੇ, ਓਮ ਪ੍ਰਕਾਸ਼ ਨਹੀਂ। ਜਦੋਂ ਮੈਂ ਮਿਲਿਆ, ਮੈਂ ਕਿਹਾ ਚਾਚੀ ਕਿੱਦਾਂ ਵੀ ਤੁਸੀਂ ਵੀ ਮਹਾਰਾਜ ਨਹੀਂ। ਕਹਿੰਦੇ ਜਿਸ ਤੂੰ ਮੁੜ ਕੇ ਆਇਆ, ਉਹ ਤਾਂ ਨਾਲ ਦੀ ਨਾਲ ਕਹਿੰਦੇ ਮਗਰ ਬੱਸ ਆ ਗਈ। ਉਹ ਘੰਟਾ ਲੇਟ ਸੀ ਬੱਸ, ਸਾਡੇ ਨਾਲ ਬੱਸ ਰੁਕੀ ਉੱਥੇ। ਕਹਿੰਦੇ ਮਹਾਰਾਜ ਆ ਜਾਓ, ਬੈਠੋ ਗੱਡੀ ਬੱਸ 'ਚ ਬੈਠੋ। ਉਹ ਮਹਾਰਾਜ ਨੂੰ ਬੈਠੋ, ਉਹ ਜਾਣਦੇ ਸਾਰੀਆਂ ਚੀਜ਼ਾਂ ਦੀ ਜਾਣ ਸੀ ਉਹਨਾਂ ਨੂੰ। ਕੋਈ ਚੀਜ਼ ਦਾ ਐ ਨਹੀਂ ਸੀ ਵੀ ਇੱਦਾਂ ਦੀ ਕਿਸੇ ਗੱਲਬਾਤ ਦੀ ਵੀ ਕੋਈ ਗੱਲ ਸੀ। ਬਾਕੀ ਇੱਕ ਵਾਰ ਉਹਨਾਂ ਨੇ ਪਹਿਲਾਂ ਹੀ ਮੇਰੇ 'ਤੇ ਬਹੁਤ ਕਿਰਪਾ ਕੀਤੀ ਹੈ। ਜਿਸ ਵੇਲੇ ਜਿੱਥੇ ਹੁਣ ਸਾਡੇ ਚੌਂਤਾ ਬਣਿਆ ਵਾ, ਉੱਥੇ ਉਹਨਾਂ ਨੇ ਇੱਕ ਵਾਰੀ ਮੈਨੂੰ ਕਹਿੰਦੇ ਵੀ ਤੂੰ, ਉਸ ਵੇਲੇ ਮੈਂ ਸਿਗਰਟਾਂ ਬੀੜੀਆਂ ਪੀ ਲੈਂਦਾ ਸੀ ਉਹਨਾਂ ਟਾਈਮਾਂ 'ਚ, ਜਾਂ ਹੋਰ ਮਾੜਾ ਮੋਟਾ ਕਿਤੇ ਚੀਜ਼ ਜਿਹੜੀ ਸ਼ਰਾਬ ਜਿੱਦਾਂ ਸੋਸਾਇਟੀਆਂ ਗਲਤ ਹੁੰਦੀਆਂ ਸੀ, ਜਿਹੜਾ ਸੰਗ ਹੁੰਦਾ ਸੀ। ਮਹਾਰਾਜ ਹੁਣੀ ਉੱਥੇ ਮੈਨੂੰ ਸਮਝ ਲਓ ਵੀ ਸੋਹਣਾ ਮੇਰੀ ਸੇਬ ਮਾਰੇ ਮੇਰੇ 5-7 ਮੈਨੂੰ ਕਹਿੰਦੇ ਹਾਂ ਕਿਰਪਾ ਕੀਤੀ, ਪੂਰੀ ਕਿਰਪਾ ਕੀਤੀ ਉਹਨਾਂ ਨੇ। ਅਤੇ ਮੈਨੂੰ ਕਹਿੰਦਾ ਵੀ ਹੱਥ ਖੜ੍ਹਾ ਕਰ ਦੇ। ਮੈਂ ਕਿਹਾ ਮਹਾਰਾਜ ਹੱਥ ਖੜ੍ਹਾ ਨਹੀਂ ਹੁੰਦਾ। ਮੈਂ ਦੇਖਿਆ ਤਾਂ ਮੈਂ ਜੇ ਚੂੜੀਆਂ ਛੱਡਤੀਆਂ ਤਾਂ ਔਖਾ ਹੋ ਜਾਣਾ। ਮੈਂ ਇੰਨਾ ਹੱਥ ਖੜ੍ਹਾ ਕੀਤਾ, ਇੰਨਾ ਹੱਥ ਖੜ੍ਹਾ। ਮੈਨੂੰ ਕਹਿੰਦਾ ਪੂਰਾ ਹੱਥ ਖੜ੍ਹਾ ਕਰ ਦੇ। ਮੈਂ ਕਿਹਾ ਮਹਾਰਾਜ ਜੀ ਤਾਂ ਗਾਹਾਂ ਨਹੀਂ ਹੁੰਦਾ, ਤੁਸੀਂ ਕਿਰਪਾ ਕਰ ਦਿਓ।
ਜਾਨੂੰ ਸਾਡੇ ਗਿਆਨ ਭਗਤ ਹੁੰਦਾ ਵੀ ਬਾਅਦ ਸੰਤ ਬਣ ਗਏ ਹੋ। ਫਿਰ ਉਹ ਆ ਗਿਆ ਕਹਿੰਦਾ ਮਹਾਰਾਜ ਤੁਸੀਂ ਇਹਦੇ ਪਰ ਕਿਰਪਾ ਕਰ ਦਿਓ, ਆਪੇ ਕਰ ਲੂ। ਮੈਂ ਕਿਹਾ ਮਹਾਰਾਜ ਜਾੜਾ ਦੁਖਣਾ, ਕਹਿੰਦਾ ਤੇਰੀ ਜਾੜ ਨਹੀਂ ਦੁਖਦੀ ਅੱਗੇ ਵਾਸਤੇ। ਅੱਜ ਤੱਕ ਮੇਰੀ ਜਾੜ ਕਦੇ ਨਹੀਂ ਦੁਖੀ ਹੈ, ਕੋਈ ਮੇਰੀ ਜਾੜ ਦਰਦ ਨਹੀਂ ਹੋਇਆ, ਕੋਈ ਕੁਛ ਨਹੀਂ ਹੋਇਆ ਅੱਜ ਤੱਕ 40-45 ਸਾਲਾਂ ਤੋਂ ਬਾਅਦ। ਕੋਈ ਕਿਸੇ ਨੇਕਾ ਪਰਚੇ ਨੇ ਉਹਨਾਂ ਦੇ ਮਹਾਰਾਜ ਜੀ, ਇੰਨੇ ਪਰਚੇ ਜਿਹੜੇ ਅਸੀਂ ਵਿਖਿਆਨ ਨਹੀਂ ਕਰ ਸਕਦੇ। ਇੱਕ ਵਾਰੀ ਸਾਡੇ ਇੱਥੇ ਕਣਕ ਬਹੁਤ ਹੁੰਦੀ ਸੀ ਉਹਨਾਂ ਟਾਈਮਾਂ 'ਚ, ਹੁਣ ਤਾਂ ਅੱਜ ਕੱਲ੍ਹ ਤਾਂ ਜਾੜੇ ਹੁੰਦੇ ਆ, ਕਣਕ ਬਹੁਤ ਸੀ। ਮਹਾਰਾਜ ਜੀ ਪਾਠ ਵਾਸਤੇ ਆਏ, ਉਦੋਂ ਹੀ ਸਾਰੇ ਬੈਠੇ ਸੀ, ਕਾਫੀ ਜਣੇ ਬੈਠੇ ਸੀ। ਉਹ ਕਹਿੰਦੇ ਭਾਈ ਇਹਦੀ ਕਣਕ ਬਹੁਤ ਹੈ ਵੀ ਇਹਨੂੰ ਸਾਂਭ ਲਓ ਟਾਈਮ ਨਾਲ। ਕਹਿੰਦੇ ਮਹਾਰਾਜ ਹੁਣ ਪਾਠ ਤੋਂ ਬਾਅਦ ਜਦੋਂ ਭੋਗ ਤੋਂ ਬਾਅਦ ਫਿਰ ਸਾਂਭਾਂਗੇ। ਉਹ ਕਹਿੰਦੇ ਕੋਈ ਨਹੀਂ, ਭੋਗ ਪੈਣਾ ਤੁਸੀਂ ਕਣਕ ਸਾਂਭ ਲਓ। 2-3 ਵਾਰੀ ਕਿਹਾ। ਜਿਹੜੇ ਸਿਆਣੇ ਬੰਦੇ ਜਿਹੜੇ ਸਮਝ ਜਾਣਾ ਸੀ ਉਹਨੂੰ ਤਾਂ ਵੱਢ ਲਈ, ਉਹ ਤੋਂ ਦੂਜੇ ਦਿਨ ਤੀਜੇ ਦਿਨ ਜਾ ਕੇ ਇੰਨੀ ਹਣ ਪਈ, ਉਹ ਮੁੜ ਕੇ ਸਾਰੀ ਇੱਦਾਂ ਹੀ ਹੋ ਗਈ, ਸਾਰੀ ਇੱਦਾਂ। ਮਹਾਰਾਜ ਜਾਣੀ ਜਾਣ ਸੀ, ਮਹਾਰਾਜ ਜਾਣੀ ਜਾਣ ਸੀ। ਹੋਰ ਮਹਾਰਾਜ ਤਾਂ ਬਹੁਤ ਜ਼ਿਆਦਾ ਵਿਖਾਨ ਨੇ, ਕਿੰਨੇ ਉਹਨਾਂ ਦੀ ਕੋਈ ਐਸੀ ਜਿੰਨੀ ਉਹਨਾਂ ਦੀ ਸਾਡੇ ਪਰ ਕਿਰਪਾ ਹੋਈ ਹੈ, ਇੰਨਾ ਕੁਛ ਹੋਣੀ ਬਹੁਤ ਔਖੀ ਹੈ। ਹੁਣ ਅਸੀਂ ਆਪਣੀ ਪਿੰਡ ਦੀ ਕੁਟੀਆ ਵਿਖੇ ਆਏ ਹਾਂ ਤੇ ਇੱਥੇ ਸਾਡੇ ਹੀ ਬੜੇ ਭਾਜੀ ਸੁਭਾਸ਼ ਕਟਾਰੀਆ ਜੀ ਮੌਜੂਦ ਹਨ। ਇਹਨਾਂ ਦਾ ਮਹਾਰਾਜ ਨਾਲ ਬੜਾ ਹੀ ਪ੍ਰੇਮ ਹੈ ਤੇ ਬੜਾ ਹੀ ਮਹਾਰਾਜ ਜੀ ਨਾਲ ਸੰਗ ਕੀਤਾ ਇਹਨਾਂ ਨੇ। ਤੇ ਸਾਡੇ ਪਿੰਡ ਵਿੱਚੋਂ ਪਾਠ ਪੜ੍ਹਨ ਵਾਲੇ ਸਭ ਤੋਂ ਪਹਿਲਾਂ ਪਾਠੀ ਇਹੀ ਹਨ। ਹੁਣ ਅਸੀਂ ਇਹਨਾਂ ਤੋਂ ਮਹਾਰਾਜ ਜੀ ਬਾਰੇ ਵਿਚਾਰ ਤੇ ਮਹਾਰਾਜ ਜੀ ਦੇ ਪਰਚੇ ਸੁਣਾਂਗੇ। ਬੋਲੀ ਸਤਿਗੁਰੂ ਦੇਵ ਕੀ ਜੈ, ਬੰਦੀ ਛੋਟ ਮਹਾਰਾਜ ਕੀ ਜੈ, ਧੰਨ ਧੰਨ ਸਤਿਗੁਰੂ ਗੰਗਾਨੰਦ ਜੀ ਮਹਾਰਾਜ ਕੀ ਜੈ। ਸਤਿਗੁਰਾਂ ਦੇ ਪਰਚੇ ਤਾਂ ਬਹੁਤ ਹਨ ਤੇ ਜਿਹੜੀ ਸਾਡੀ ਹੋਸ਼ ਦੇ ਵਿੱਚ, ਮੇਰੀ ਹੋਸ਼ ਦੇ ਵਿੱਚ 1-2 ਪਰਚੇ ਉਹ ਮੈਂ ਤੁਹਾਨੂੰ ਜ਼ਰੂਰ ਸਾਂਝੇ ਕਰਾਂਗਾ। ਤੇ ਮਹਾਰਾਜ ਜੀ ਇੱਕ ਵਾਰ ਸੰਨ 82 ਦੀ ਗੱਲ ਹੈ, ਮਹਾਰਾਜ ਗੰਗਾਨੰਦ ਜੀ ਆਏ ਹੋਏ ਸਨ, ਪਾਠ ਰੱਖਿਆ ਹੋਇਆ ਸਾਡੇ ਪਿੰਡ। ਤੇ ਗੁਰਚਰਨ ਦਾ ਜਨਮ ਉਸ ਟਾਈਮ ਹੋ ਗਿਆ ਸੀ। ਉਸ ਟਾਈਮ ਸਾਡੇ ਤਾਏ ਦੋਏ ਵਿੱਚ ਮਾਸਟਰਾਮ ਤੇ ਨਾਲ ਰਾਮਚੰਦ, ਸਾਡੇ ਚਾਚਾ ਓਮਾ ਭਗਤ ਕੁਟੀਆ ਦਾ ਕਾਫੀ ਦੇਖ ਰੇਖ ਕਰਦਾ ਸੀ। ਉਹਨਾਂ ਨੇ ਜਿਸ ਟਾਈਮ ਜ਼ਿਆਦਾ ਕਿਤੇ ਉਹਨਾਂ ਗੁਰਚਰਨ ਦਾ ਸਿਸਟਮ ਹੋ ਗਿਆ ਸੀ, ਉਹਦੇ ਬਾਅਦ ਤਾਇਆ ਕਹਿੰਦਾ ਨਾ ਵੀ ਤੂੰ ਐਂ ਕਰ ਵੀ ਭਗਤਾ ਤੇਰੀ ਤਾਂ ਮਹਾਰਾਜ ਮੰਨ ਲੈਂਦੇ ਆ, ਵੀ ਤੂੰ ਐਂ ਕਰ ਮਹਾਰਾਜ ਨੂੰ ਬੇਨਤੀ ਕਰ ਵੀ ਸਾਡੇ ਬਚਨ ਦਾ ਕੋਈ ਬੱਚਾ ਨਹੀਂ ਹੈ, ਬਚਨ ਹੁੰਦਾ ਤੇ ਵੀ ਮਹਾਰਾਜ ਕਿਰਪਾ ਕਰ ਦੇਣ। ਤੇ ਚਾਚਾ ਤੇ ਵਿੱਚੇ ਦੋਏ ਤਾਏ ਇਹ ਮੋਹਰੇ ਖੜ ਗਏ ਆਪਣੇ ਜਿੱਥੇ ਮਹਾਰਾਜ ਜੀ ਦੇ ਆਸਣ ਲੱਗਿਆ ਹੁੰਦਾ ਨਾ ਅੰਦਰ, ਤੇ ਉੱਥੇ ਬਾਹਰ ਖੜੇ ਤੇ ਮਹਾਰਾਜ ਜੀ ਯਕਦਮ ਬਾਹਰ ਨੂੰ ਨਿਕਲੇ ਅੰਦਰ ਤੋਂ। ਹਾਂ ਭਗਤਾ ਕਹਿੰਦੇ ਇੱਥੇ ਕਹਿਣਾ ਬਈ, ਕਹਿੰਦੇ ਮਹਾਰਾਜ ਜੀ ਵੀ ਇੱਦਾਂ ਪੀਣ ਦਾ ਔਲਾਦ ਨਹੀਂ ਹੈ। ਉਹ ਮਹਾਰਾਜ ਕਹਿੰਦੇ ਸਾਡੇ ਚਾਚੇ ਨੂੰ ਕਹਿੰਦੇ ਕੋਈ ਗੱਲ ਨਹੀਂ ਤੇਰੇ ਕਹਿੰਦੇ ਔਲਾਦ ਕਹਿੰਦੇ ਹੋ ਜਾਊਗੀ। ਕਹਿੰਦੇ ਮਹਾਰਾਜ ਜੀ ਮੇਰਾ ਤਾਂ ਔਲਾਦ ਹੈਗੀ ਹੈ, ਮੇਰੇ ਤਾਂ ਮੁੰਡਾ ਹੈਗਾ ਇੱਕ, ਪੀ ਦੇ ਬਚਨ ਦਾ। ਕਹਿੰਦੇ ਭਾਈ ਹੁਣ ਤਾਂ ਕਹਿ ਦਿੱਤਾ ਸੀ ਤੇ ਹੁਣ ਤਾਂ ਕਹਿੰਦੇ ਕਹਿ ਹੋ ਗਿਆ ਭਾਈ, ਹੁਣ ਤਾਂ ਕਹਿੰਦੇ ਕਹਿ ਦਿੱਤਾ ਤੁਹਾਡੇ, ਕਹਿੰਦੇ ਵੀ ਉਹ ਸਾਰੇ ਭੁੱਲ ਗਏ ਵੀ। ਤੇ ਰਾਮ ਦਾ ਜਨਮ ਘੱਟੋ ਘੱਟ ਬਲਵੀਰ ਤੋਂ 16 ਸਾਲ ਛੋਟਾ ਰਾਮ। 1982 ਵਿੱਚ ਇਹ ਮਹਾਰਾਜ ਜੀ ਇੱਥੇ ਆਏ ਤੇ 1982 ਦੇ ਬਾਅਦ ਮਹਾਰਾਜ ਜੀ ਨੂੰ ਫਿਰ ਬੱਚਨ ਨੂੰ ਕਹਿੰਦੇ ਵੀ ਤੂੰ ਐਂ ਕਰ ਭਾਈ, ਤੂੰ ਨਾ ਉੱਥੇ ਛਲਾਣੀ ਜਾਇਆ ਕਰ, ਵੀ ਛਲਾਣੀ ਜਾ ਕੇ ਸੇਵਾ ਕਰ, ਵੀ ਉੱਥੇ ਕਿਰਪਾ ਹੋ ਸਕਦੀ ਹੁਣ ਤਾਂ। ਤੇ ਰਾਮ ਦਾ ਜਨਮ 16 ਸਾਲ ਬਾਅਦ ਬਲਵੀਰ ਦੇ ਜਨਮ ਤੋਂ ਬਾਅਦ 16 ਸਾਲ ਬਾਅਦ ਹੋਇਆ। ਇਹ ਜਿਹੇ ਸਤਿਗੁਰੂ ਦੇ ਗੰਗਾਨੰਦ ਮਹਾਰਾਜ ਜੀ ਤਾਂ ਇਸ ਤਰ੍ਹਾਂ ਦੇ ਤੇ। ਇੱਕ ਵਾਰ ਸਾਡੇ ਪਿੰਡ ਪਾਠ ਰੱਖਿਆ ਵਾ, ਤਾਂ ਪਾਠ ਰੱਖਿਆ ਸੀਗਾ ਅੰਦਰ ਤੇਰੀ ਦਾਦੀ ਸੂਰਜ, ਦਾਦੀ ਮਨਸੋ ਦੇਵੀ, ਉਹ ਕੁੜੀਆਂ ਨਾਲ ਇੱਥੇ ਭੰਡਾਰੀ ਸੇਵਾ ਕਰਦੀ ਹੁੰਦੀ ਸੀ। ਉਹਨਾਂ ਨੇ ਕਿਤੇ ਨਾ ਦੁਪਹਿਰ ਦੀ ਰੋਟੀ ਕਰਨੀ ਸੀ ਤੇ ਮਹਾਰਾਜ ਪੰਗਤ 'ਚ ਬੈਠੇ ਤੇ ਪੰਗਤ 'ਚ ਬੈਠੇ ਤੇ ਉਹਨਾਂ ਨੇ ਖੀਰ ਦੇ ਵਿੱਚ ਭੁਲੇਖੇ ਨਾਲ ਨਮਕ ਪੈ ਗਿਆ ਤੇ ਮਹਾਰਾਜ ਜੀ ਭੋਗ ਲੱਗੇ ਲਾਣ ਤੇ ਉਹਨੇ ਦੇਖਿਆ ਕਿ ਨਮਕ ਹੈ ਤੇ ਵਿੱਚੇ ਸਾਰੇ ਸੰਤਾਂ ਨੂੰ, ਵਿੱਚੇ ਪਾਠੀਆਂ ਨੂੰ ਥੋੜਾ ਧਿਆਨ ਦਿੱਤਾ ਤੇ ਯਾਨੀ ਇਸ਼ਾਰਾ ਕਰਤਾ ਮਹਾਰਾਜ ਨੇ ਨਾ। ਮਹਾਰਾਜ ਸਾਹਮਣੇ ਕੋਈ ਤਾਂ ਬੋਲਦਾ ਨਹੀਂ ਤਾਂ ਕੋਈ ਵੀ, ਤੇ ਮਹਾਰਾਜ ਨੇ ਇਸ਼ਾਰਾ ਕਰਤਾ ਵੀ ਕੋਈ ਬੋਲਿਓ ਨਾ। ਨਮਕ ਵਾਲੀ ਖੀਰ ਜਿਹੜੀ ਖਾ ਗਏ, ਵਿੱਚੇ ਮਹਾਰਾਜ ਖਾ ਗਏ, ਵਿੱਚੇ ਪਾਠੀ ਸੰਤ ਵੀ ਸਾਰੇ, ਇਹਨਾਂ ਨੂੰ ਸਾਰਿਆਂ ਨੇ ਖਾ ਲਈ ਇਹੀ ਖੀਰ। ਤੇ ਬਾਅਦ ਵਿੱਚ ਤਾਇਆ ਨਿਸ਼ਾ ਰਾਮ ਤਾਂ ਉਹ ਕਹਿੰਦਾ ਵੀ
ਉਹ ਦਾਦੀ ਨੇ ਦੱਸਿਆ ਉਹਨੂੰ ਵੀ ਨਿਸਰਾਮਾ ਅੱਜ ਤਾਂ ਕੰਮ ਗਲਤ ਹੋ ਗਿਆ ਵੀ ਮਹਾਰਾਜ ਨੇ ਅਸੀਂ ਤਾਂ ਨਮਕ ਪਾਤਾ ਖੀਰ 'ਚ। ਕਹਿੰਦੇ ਹੈ ਤੇ ਨੱਠਾ ਗਿਆ ਨਿਸਰਾਮ ਮਹਾਰਾਜ ਕੋਲ। ਮਹਾਰਾਜ ਨੂੰ ਨੋਟ ਕੀਤੀ, ਮਹਾਰਾਜ ਜੀ ਸਾਤੇ ਗਲਤੀ ਹੋ ਗਈ, ਮਹਾਰਾਜ ਜੀ ਸਾਤੇ ਗਲਤੀ ਹੋ ਗਈ, ਸਾਨੂੰ ਮਾਫ ਕਰ ਦਿਓ। ਮਹਾਰਾਜ ਕਹਿੰਦੇ ਕਿਆ ਗਲਤੀ ਹੋ ਗਈ ਤੁਹਾਡੇ? ਕਹਿੰਦੇ ਮਹਾਰਾਜ ਜੀ ਸਾਤੇ ਤਾਂ ਪੇ ਖੀਰ ਦੇ ਵਿੱਚ ਨਮਕ ਪੈ ਗਿਆ। ਉਹ ਮਹਾਰਾਜ ਕਹਿੰਦੇ ਫਿਰ ਕਹਿੰਦੇ ਕਿਆ ਹੋਇਆ? ਸਾਧਾਂ ਨੂੰ ਕਹਿੰਦੇ ਕਿਆ ਸੌਦਾ ਨਾਲ ਇਹ ਜੇ ਇਹ ਸਨ ਧੰਨ ਧੰਨ ਸਤਿਗੁਰੂ ਗੰਗਾਨੰਦ ਜੀ ਮਹਾਰਾਜ। ਇੱਕ ਵਾਰ ਜਿਹੜਾ ਸਨ 81 ਦੀ ਗੱਲ ਹੈ, ਸਾਡੇ ਪਹਿਲਾਂ ਤਾਂ ਪਾਠ ਸਾਡੇ ਨਾ ਸਰਦੀਆਂ ਨੂੰ ਪਾਠ ਹੁੰਦਾ ਸੀ। ਉਹਦੇ ਬਾਅਦ 'ਚ ਮਹਾਰਾਜ ਨੇ ਕਿਤੇ ਮਨ ਕੀਤਾ ਤੇ ਚੌਧਰੀ ਹੰਸਰਾਜ ਇਹਦੇ ਪਾਠ ਰੱਖਣ ਲੱਗੇ ਘਰੇ। ਤੇ ਰੱਖਣ ਲੱਗੇ ਪਾਠ ਤੇ ਮਹਾਰਾਜ ਦਾ ਕੁਛ ਉੱਥੇ ਬੈਠੇ ਤੇ ਕਹਿੰਦੇ ਇਦਾਂ ਕਰੋ ਪਾਠ ਅੰਦਰ ਰੱਖਣਾ ਘਰੇ, ਅੰਦਰ ਲੱਗੇ ਰੱਖਣ। ਤੇ ਕਹਿੰਦੇ ਭਾਈ ਬਾਰਿਸ਼ ਵੀ ਹੋ ਸਕਦੀ ਹੈ, ਬਾਰਿਸ਼ ਦਾ ਵੀ ਕਹਿੰਦੇ ਵੀ ਕਹਿੰਦੇ ਕਿਆ ਪਤਾ, ਜਦ ਕਿ ਬਿਲਕੁਲ ਕੋਈ ਬਾਰਿਸ਼ ਵਾਲਾ ਕੋਈ ਹੈ ਹੀ ਨਹੀਂ, ਹਿਸਾਬ ਦਾ ਬਣਦਾ ਨਹੀਂ ਤਾਂ ਧੁੱਪ। ਤੇ ਪਹਿਲੇ ਦਿਨ ਦੀ ਗੱਲ ਹੈ ਜਿਹੜੇ ਪਾਠ ਰੱਖਿਆ ਤਾਂ। ਤੇ ਸ਼ਾਮ ਦੇ ਟਾਈਮ ਥੋੜੀ ਬਦਲੀ ਉੱਠੀ, ਬਦਲੀ ਦੇ ਨਾਲ ਗੜੇ ਪੈ ਗਏ, ਗੜੇ ਤੇ ਹਨੇਰੀ ਚੱਲ ਪਈ। ਤੇ ਉਹ ਦਿਨ ਤੇ ਆਪਣੇ ਕਣਕਾਂ ਦੀ ਵਢਾਈ ਹੁੰਦੀ ਸੀ, ਅਪ੍ਰੈਲ ਪਹਿਲੇ ਹਫਤੇ ਦੀ ਗੱਲ ਹੈ। ਤੇ ਮਹਾਰਾਜ ਜੀ ਬਾਣੀ ਨਾਲ ਬਹੁਤ ਸਤਿਕਾਰ ਕਰਦੇ ਨੇ। ਮਹਾਰਾਜ ਜੀ ਬਾਣੀ ਦਾ ਸਤਿਕਾਰ ਕਰਦੇ। ਮਹਾਰਾਜ ਜੀ ਨੇ ਨਾਲ ਦੀ ਨਾਲ ਇੱਧਰ ਭੱਜੋ ਭੈਣ ਨੂੰ ਕਿਹਾ ਵੀ ਕੱਢੋ ਅੰਦਰੋਂ ਤੇ ਦਰੀਆਂ ਕੱਢੋ। ਦਵਾ ਦਵ ਦਰੀਆਂ ਕੱਢੀਆਂ, ਦਰੀਆਂ ਕੱਢ ਕੇ ਮਹਾਰਾਜ ਜੀ ਨੇ ਨਾਲ ਨਾ ਤੇ ਮੋਹਰੇ ਖੜ ਗਏ, ਉਹਦੇ ਦਰਬਾਰ ਸਾਹਿਬ ਦੇ ਮੋਹਰੇ ਐ ਰੋਕ ਲਿਆ, ਜਾਣੀ ਨਾ ਪੂਰਾ ਵੀ ਦਰਬਾਰ ਸਾਹਿਬ ਨੂੰ ਨੁਕਸਾਨ ਨਾ ਹੋਵੇ। ਤੇ ਮਹਾਰਾਜ ਜੀ ਨੇ ਘੰਟਾ ਇੱਕ ਸਾਡੇ ਆਹਣ ਪੈਂਦੀ ਰਹੀ ਇੱਥੇ, ਪੂਰੀ ਚਿੱਟੀ ਧਰਤੀ ਹੋ ਗਈ ਸੀ, ਜਿਹੜੀ ਕਣਕਾਂ ਦੀਆਂ ਦੁਆਰਾ ਫਿਰ ਉੱਗ ਪਈਆਂ ਤੀਆਂ। ਤੇ ਮਹਾਰਾਜ ਜੀ ਨੇ ਫਿਰ ਜਿਸ ਨੇ ਦੇਖਿਆ, ਫਿਰ ਮਹਾਰਾਜ ਜੀ ਨੇ ਥੋੜੇ ਦੇਖਣ ਲੱਗੇ ਬਾਹਰ ਨੂੰ, ਜਾਂ ਥੋੜੇ ਦੇਖਿਆ ਵੀ ਕੁਛ ਟਾਈਮ ਬਾਅਦ ਬਾਰਿਸ਼ ਛੱਡ ਗਈ, ਜਦ ਕਿ ਬਾਰਿਸ਼ ਦਾ ਕੋਈ ਹਿਸਾਬ ਦਾ ਬਣਦਾ ਨਹੀਂ ਤਾਂ। ਤੇ ਮਹਾਰਾਜ ਜਾਣ ਤੇ ਇਹ ਸਾਡੇ ਭੋਗ ਪੈ ਗਿਆ ਤਾਂ ਇਹਨਾਂ ਦੇ ਚੌਧਰੀ ਹੰਸਰਾਜ ਦੇ ਭੋਗ ਪੈ ਗਿਆ। ਤਾਂ ਉਹਦੇ ਬਾਅਦ ਵਿੱਚ ਮੁੜ ਕੇ ਜਾਣਾ ਦਾ ਜੀ ਬੱਦੋਵਾਲ। ਅਸੀਂ ਮੈਨੂੰ ਮਹਾਰਾਜ ਜੀ ਨਾਲ ਲੈ ਗਏ ਆਪਣੇ। ਪਹਿਲਾ ਸਾਨੂੰ ਵੀ ਉਸ ਭਾਗਾ ਸਮਾਂ ਪ੍ਰਾਪਤ ਹੋਇਆ ਜਿਹੜਾ ਅੱਜ ਸਤਿਗੁਰਾਂ ਦੇ ਨਾਲ ਪਾਠ ਕਰਾਉਣ ਗਏ ਹਾਂ ਬੱਦੋਵਾਲ। ਮੈਂ ਤੇ ਸੂਬੇਦਾਰ ਮਹਿੰਦਰਪਾਲ ਸਾਡੇ ਪਿੰਡ ਤੋਂ ਹੀ, ਤੇ ਮਹਿੰਦਰਪਾਲ ਜੀ ਅਸੀਂ ਗਏ ਤੇ ਇਕੱਠੇ। ਮਹਾਰਾਜ ਨੇ ਮੈਨੂੰ ਗੋਦੀ ਵਿੱਚ ਬਿਠਾ ਲਿਆ, ਆਪਣੀ ਗੱਡੀ ਜਦ ਫੀਟ ਗੱਡੀ ਹੁੰਦੀ ਸੀ ਬੱਦੋਵਾਲੀਆਂ ਦੀ, ਪੰਡਤ ਦੇ ਬੱਦੋਵਾਲ ਦੇ, ਉਹਨਾਂ ਦੀ ਗੱਡੀ ਦੀ ਫੀਟ ਗੋਦੀ ਸਾਨੂੰ ਬਹਾ ਲਿਆ, ਮੈਨੂੰ ਬਹਾਲ ਕੇ ਲੈ ਗਏ ਨਾਲ ਉੱਥੇ ਨੂੰ। ਤੇ ਨਿੱਕੇ ਹੁੰਦੇ ਸੀ ਅਸੀਂ, ਮੈਂ ਰਿਹਾ 8 ਦਿਨ ਉੱਥੇ ਨਾਲ ਮਹਾਰਾਜ ਦੇ। ਇੱਕ ਬੱਦੋਵਾਲ ਤੋਂ ਬਾਅਦ ਫਿਰ ਗਏ ਰਕਬਾ ਧਾਮ। ਰਕਬਾ ਜਿਹੜੀ ਕੁਟੀਆ ਜਿਹੜੀ ਹੁਣ ਤਾਂ ਪੁਨਰ ਕਰ ਲਿਆ ਵਾ, ਬਹੁਤ ਵਧੀਆ ਬਣ ਗਿਆ ਵਾ। ਉਸ ਟਾਈਮ ਭੌਰੇ ਵੀ ਕੱਚੇ ਹੁੰਦੇ ਸੀ। ਰਕਬੇ ਤਾਂ ਰਕਬਾ ਸਾਹਿਬ ਦੇ ਜਿਹੜਾ ਭੌਰਾ ਸਾਹਿਬ ਹੈ ਨਾ, ਜਿੱਥੇ ਮਹਾਰਾਜ ਭੁੱਲਣ ਨੇ ਤਪ ਕੀਤਾ ਤਾ, ਉਹ ਭੌਰਾ ਵੀ ਕੱਚਾ ਸੀਗਾ। ਤੇ ਉਹਦੇ ਬਾਅਦ ਵਿੱਚ ਮੁੜ ਕੇ ਫਿਰ ਉੱਥੇ ਮਹਾਰਾਜ ਜੀ ਨੇ ਸਾਨੂੰ ਗੱਭੇ ਬੈਠ ਕੇ ਨਾ ਤੇ ਜਦ ਬਾਰੀਆਂ ਲੱਗਦੀਆਂ ਸੀਗੀਆਂ ਪਿੰਡ ਤੋਂ, ਵੀ ਪਿੰਡੋਂ ਕੋਈ ਮਾਤਾ ਰੋਟੀ ਲੈ ਕੇ ਆਈ, ਬਾਰੀਆਂ ਲੱਗਦੀਆਂ, ਬਾਰੀਆਂ ਦੀ ਰੋਟੀ ਆਉਂਦੀ ਹੁੰਦੀ ਉੱਥੇ। ਕਿ ਪਿੰਡ ਉਸ ਟਾਈਮ ਹੁਣ ਤਾਂ ਕਾਫੀ ਨਜ਼ਦੀਕ ਲੱਗਦਾ ਪਿੰਡ ਕੁਟੀਆ ਤੋਂ, ਉਸ ਟਾਈਮ ਬਹੁਤ ਦੂਰ ਲੱਗਦਾ ਤਾ। ਦੂਰ ਇਸ ਕਰਕੇ ਲੱਗਦਾ ਤਾ ਕਿਉਂਕਿ ਪਹਿਲਾਂ ਤਾਂ ਜਿੱਦਾਂ ਵੀ ਹੁਣ ਤਾਂ ਨਾਲ ਘਰ ਹੋ ਗਏ, ਪਹਿਲਾਂ ਘਰ ਵੀ ਬਿਲਡੇ ਦੇ ਤੇ ਜਨਰੇਸ਼ਨ ਆਪਣੇ ਉੱਦਾਂ ਵੀ ਘੱਟ ਸੀਗਾ ਉੱਥੇ। ਤੇ ਉਹਦੇ ਬਾਅਦ ਮਹਾਰਾਜ ਨੇ ਉੱਥੇ ਸਾਨੂੰ ਗੱਭੇ ਬੈਠ ਕੇ ਨਾ ਮਾਤਾ ਚਲੀ ਵੀ ਮੈਂ ਭਾਂਡੇ ਲਿਆਵਾਂ ਜਾ ਕੇ। ਤੇ ਮਹਾਰਾਜ ਨੇ ਰੋਕ ਲਿਆ, ਕਹਿੰਦੇ ਨਾ ਭਾਈ ਨਾ ਆ ਜਾ ਕੇ ਨਹੀਂ ਮੁੜਿਆ ਤੂੰ। ਮਹਾਰਾਜ ਨੇ ਗੱਭੇ ਬੈਠ ਕੇ ਜਿੱਥੇ ਪਿੱਪਲ ਹੈ ਉੱਥੇ ਰਕਬਾ ਸਾਹਿਬ ਪਿੱਪਲ ਹੈ, ਪਿੱਪਲ ਦੀ ਚੌਂਤਾ ਬਣਿਆ ਸੀਗਾ। ਤੇ ਉਹ ਚੌਂਤੇ ਦੇ ਵਿੱਚ ਮਹਾਰਾਜ ਗੱਭੇ ਬੈਠ ਗਏ ਤੇ ਸਾਰਿਆਂ ਨੂੰ ਰੋਟੀ ਨਾ, ਜਿੱਦਾਂ ਮਹਾਰਾਜ ਡੇਰਿਆਂ ਵਿੱਚ ਪਹਿਲਾਂ ਲੰਗਰੀ ਰੋਟੀ ਦਿੰਦੇ ਹੁੰਦੇ ਨੇ ਨਾ, ਮਹਾਰਾਜ ਨੇ ਕਿੱਦਾਂ ਰੋਟੀਆਂ ਵਰਤਾਈਆਂ ਸਾਰਿਆਂ ਨੂੰ। ਆਪ ਰੋਟੀ ਮਹਾਰਾਜ ਨੇ ਬਾਅਦ ਪ੍ਰਸ਼ਾਦਾ ਬਾਅਦ ਛਕਿਆ। ਇੱਦਾਂ ਨੇ ਮਹਾਰਾਜ ਧੰਨ ਧੰਨ ਸਤਿਗੁਰੂ ਗੰਗਾਨੰਦ ਜੀ ਇਸ ਤਰ੍ਹਾਂ ਦੇ ਸੀ। ਸਤਿ ਸਾਹਿਬ ਜੀ ਸਾਰਿਆਂ ਨੂੰ। ਅੱਜ ਅਸੀਂ ਹਰਚੰਦ ਵੀਰੇ ਉਹਨਾਂ ਦੇ ਘਰਾਂ ਆਏ ਹਾਂ। ਇਹਨਾਂ ਦੇ ਘਰ ਮਹਾਰਾਜ ਜੀ ਦਾ ਬਹੁਤ ਹੀ ਆਉਣ ਜਾਣ ਰਿਹਾ ਹੈ। ਸੋ ਅੱਜ ਇਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ
ਤੇ ਮਹਾਰਾਜ ਜੀਆਂ ਦੇ ਪਰਚਿਆਂ ਬਾਰੇ ਸੁਣਾਂਗੇ। ਸਤਿ ਸਾਹਿਬ, ਸਤਿ ਸਾਹਿਬ, ਸਤਿ ਸਾਹਿਬ ਜੀ। ਮਹਾਰਾਜ ਦੇ ਤਾਂ ਪਰਚੇ ਅਸੀਂ ਸੁਣਾ ਨਹੀਂ ਸਕਦੇ, ਜਿੰਨੇ ਉਹਨਾਂ ਨੇ ਕਿਹਾ ਹੁਣ ਸਾਰਿਆਂ ਦੇ ਸਾਹਮਣੇ ਉਹ ਆਈ ਜਾਂਦੇ ਨੇ। ਤੇ ਮਹਾਰਾਜ ਜੀ ਹੋਰਾਂ ਦੀਆਂ ਕਿਆ ਗੱਲਾਂ ਕਰਨੀਆਂ, ਸਾਡੇ ਬਾਪੂ ਹੋਰਾਂ ਦੇ ਨਾਲ ਬਹੁਤ ਮੋਹ ਪ੍ਰੇਮ ਸੀ। ਤੇ ਜਿਸ ਵੇਲੇ ਉਹਨਾਂ ਦੀ ਮੌਤ ਹੋਈ ਹੈ, ਅੱਜ ਤੋਂ ਕੋਈ 35-40 ਸਾਲ ਪਹਿਲੇ ਦੀ ਗੱਲ ਹੈ। ਤੇ ਮਹਾਰਾਜ ਓਂਕਾਰਾਨੰਦ ਹੋਰਾਂ ਨੂੰ ਉਹਨਾਂ ਨੇ ਹਰਿਦੁਆਰ ਤੋਂ ਭੇਜਿਆ ਵੀ ਸਾਡਾ ਭਗਤ ਉੱਥੇ ਹੈ, ਤੂੰ ਪਹੁੰਚ। ਜਦ ਸਾਡੇ ਪਿੰਡ ਆਏ ਤਾਂ ਉੱਥੇ ਉਤਰੇ ਤੇ ਸਾਡੇ ਬਾਪੂ ਹੋਰਾਂ ਦੀ ਮੌਤ 5 ਮਿੰਟ ਪਹਿਲਾਂ ਹੀ ਹੋ ਗਈ। ਮਹਾਰਾਜ ਓਂਕਾਰਾਨੰਦ ਸਾਡੇ ਘਰੇ ਪਹੁੰਚ ਗਏ। ਉਹਨਾਂ ਨੇ ਛਿੱਟਾ ਦਿੱਤਾ, ਛਿੱਟਾ ਦੇ ਕੇ ਫਿਰ ਉਹ ਸਾਨੂੰ ਵੀ ਚੁੱਪ ਕਰਾਉਂਦੇ, ਭਗਤੋ ਰਾਮ ਰਾਮ ਕਰੋ। ਤੇ ਸਾਨੂੰ ਮਹਾਰਾਜ ਨੇ ਭੇਜਿਆ ਹੈ। ਮਹਾਰਾਜ ਦੇ ਤਾਂ ਪਰਚੇ ਕਿਆ ਕਹਿਣੇ ਹੈ, ਜੋ ਕਿਹਾ ਸੋ ਹੀ ਕੀਤਾ। ਕਦੇ ਕਿਸੇ ਤੋਂ ਪੈਸਾ ਨਹੀਂ ਲਿਆ ਉਹਨਾਂ ਨੇ। ਹੱਥ ਵਿੱਚ ਕੰਬਲੀ ਤੇ ਇੱਕ ਸੋਠਾ, ਪੈਰੀਂ ਖੜਾਵਾਂ। ਕੋਈ ਪੈਸੇ ਦੇ ਨਾਲ ਮਤਲਬ ਨਹੀਂ ਤਾਂ ਹੁੰਦਾ ਉਹਨਾਂ ਦਾ। ਬਸ ਅਸੀਂ 10 ਰੁਪਏ ਜੇ ਚਿੱਪੀ 'ਚ ਪਾਣੇ ਤਾਂ ਉਹਨਾਂ ਨੇ ਢੇਰੀ ਕਰ ਦੇਣੀ। ਅਸੀਂ ਕਹਿਣਾ ਮਹਾਰਾਜ ਜੀ ਕਿਰਾਇਆ ਤੁਸੀਂ ਗਾਹਾਂ, ਉਹ ਭਗਤੋਂ ਸਾਨੂੰ ਮਿਲ ਜਾਣਾ ਸਭ ਕੁਝ। ਮਹਾਰਾਜ ਜੀਆਂ ਨੂੰ ਤਾਂ ਅਸੀਂ ਵੀ ਟਰੈਕਟਰ ਦੇ ਉੱਪਰ ਲੈ ਕੇ ਸੀਟ ਦੇ, ਹੁਣ ਤਾਂ ਕਾਰਾਂ ਗੱਡੀਆਂ ਬਹੁਤ ਹੈ, ਜਦ ਤਾਂ ਉਹ ਪੈਦਲ ਹੀ ਜਾਂਦੇ ਹੁੰਦੇ ਸੀ। ਉਹਨਾਂ ਦੇ ਤਾਂ ਕਿਆ ਕਹਿਣੇ। ਮਹਾਰਾਜ ਜੀਆਂ ਨੇ ਸਾਡੇ ਤਾਂ 2 ਅਖੰਡ ਪਾਠ ਵੀ ਸਾਡੇ ਘਰੇ ਮਹਾਰਾਜ ਗੰਗਾਨੰਦ ਜੀ ਨੇ ਪਾਏ। ਸਤਿ ਸਾਹਿਬ ਜੀ। ਹੁਣ ਅਸੀਂ ਸਾਡੇ ਵੀਰਾ ਭੋਲਾ ਜੀ ਦੇ ਘਰ ਆਏ ਹਾਂ। ਇਹਨਾਂ ਦੇ ਘਰ ਵੀ ਮਹਾਰਾਜ ਜੀਆਂ ਦਾ ਬਹੁਤ ਜ਼ਿਆਦਾ ਆਣ ਜਾਣ ਸੀ ਤੇ ਹੁਣ ਅਸੀਂ ਇਹਨਾਂ ਤੋਂ ਮਹਾਰਾਜ ਜੀਆਂ ਦੇ ਪਰਚੇ ਬਾਰੇ ਸੁਣਾਂਗੇ। ਸਤਿ ਸਾਹਿਬ ਜੀ। ਦੇਖੋ ਜੀ, ਸਾਡਾ ਤਾਂ ਮਹਾਰਾਜ ਨਾਲ ਬਹੁਤ ਪਿਆਰ ਤਾ, ਸਾਡੇ ਭਾਪੇ ਉਹਨਾਂ ਦਾ ਵੀ। ਤੇ ਪੁਰਾਣੇ ਘਰੀ ਤੇ ਉੱਥੇ ਹੀ ਅਖੰਡ ਪਾਠ ਕਰਾ ਕੇ ਉਹਨੇ ਕੀਤਾ ਗਾ, ਤੇ ਇਸ ਜਗ੍ਹਾ 'ਚ ਵੀ ਕੀਤਾ ਉਹਨਾਂ ਨੇ। ਅਖੰਡ ਪਾਠ ਵਾਲੇ ਦਿਨ ਪਹਿਲੇ ਦਿਨ ਤੇ ਦੂਏ ਦਿਨ ਛੱਡ ਕੇ 2 ਸ਼ਰਾਬੀ ਆਏ ਤੇ ਉਹਨਾਂ ਨੇ ਆਰਤੀ ਕਰ ਦਿੱਤੇ ਮਹਾਰਾਜ। ਤੇ ਆਰਤੀ ਕਰਦੇ ਕਰਦੇ ਉੱਠ ਖੜੇ ਉਹ। ਠੀਕ ਹੈ। ਤੇ ਕਰਦੇ ਕਰਦੇ ਉੱਠ ਖੜੇ। ਮਹਾਰਾਜ ਉਹਨੇ ਜਾ ਕੇ ਉਹਨਾਂ ਦੇ 2-3 ਢੰਗ ਵੀ ਛੱਡਤੇ। ਅੱਛਾ। ਪਤਾ ਨਹੀਂ ਉਹਨਾਂ ਦੇ ਮਨ 'ਚ ਕਿਆ ਥਾ ਕਿਆ ਨਹੀਂ। ਤੇ ਉੱਥੋਂ ਜੀ ਉਹ ਚੱਲ ਗਏ ਮੇਰੇ। ਦੂਏ ਤੀਏ ਦਿਨ ਚੌਥੇ ਦਿਨ ਆਏ ਤੇ ਫਿਰ ਉਹ ਆਏ ਜੁੱਤੀਆਂ ਮੇਥੇ ਛੱਡ ਕੇ ਵਿਚਾਰੇ। ਅੱਛਾ। ਹਾਂਜੀ। ਤੇ ਤੀਏ ਚੌਥੇ ਦਿਨ ਆਏ, ਕਹਿੰਦੇ ਜੀ ਸਾਨੂੰ ਮਹਾਰਾਜ ਹੁਣ ਦੱਸੋ ਜੀ ਕਿੱਥੇ ਹੈਗੇ। ਫਿਰ ਅਸੀਂ ਕਿਹਾ ਕੋਈ ਮਹਾਰਾਜ ਨੂੰ ਦੱਸ ਦਿਓ, ਕਹਿੰਦੇ ਕਿਤੇ ਦੂਰ ਚੱਲ ਗਏ ਵੇ ਹੈ। ਅੱਛਾ। ਕਹਿੰਦੇ ਕੋਈ ਨਹੀਂ ਅਸੀਂ ਉੱਥੇ ਚੱਲਾਂਗੇ। ਫਿਰ ਉੱਥੇ ਦੇ ਕਹਿੰਦੇ ਚਲੋ ਸਾਡੀ ਸ਼ਰਾਬ ਛੁੱਟ ਗਈ। ਅੱਛਾ। ਇੰਨਾ ਉਹ ਕਹਿ ਕੇ ਚੱਲ ਗਏ। ਅੱਛਾ। ਹਾਂਜੀ। ਦੇਖੋ ਜੀ, ਸਾਡੇ ਨਾਲ ਤਾਂ ਮਹਾਰਾਜ ਹੁੰਦਾ ਇੰਨਾ ਪਿਆਰ ਦਾ ਜੀ। ਛੋਟੇ ਛੋਟੇ ਹੁੰਦੇ ਤੇ ਅਸੀਂ ਜਦ ਮੰਜਿਆਂ ਪਰ ਬੈਠ ਸੁੱਤੇ ਪਏ ਹੁੰਦੇ ਤੇ ਜਦੇ ਮਹਾਰਾਜ ਆ ਕੇ ਚਾਰਪਾਈ ਦੇ ਉੱਪਰ ਆ ਕੇ ਬਹਿ ਜਾਂਦੇ ਤੇ ਉਹਨਾਂ ਦਾ। ਤੇ ਉਹਨਾਂ ਦਾ ਤਾਂ ਕੋਈ ਦੇਣ ਦੇ ਹੀ ਨਹੀਂ ਸਕਦਾ ਜੀ, ਇੰਨੀ ਸ਼ਕਤੀ ਸੀ ਉਹਨਾਂ 'ਚ। ਤੇ ਹਾਂਜੀ। ਸਤਿ ਸਾਹਿਬ ਜੀ। ਹੁਣ ਅਸੀਂ ਮਾਤਾ ਬਖਸ਼ੋ ਦੇਵੀ ਦੇ ਘਰ ਆਏ ਹਾਂ ਤੇ ਇਹਨਾਂ ਦਾ ਮਹਾਰਾਜ ਪ੍ਰਤੀ ਬਹੁਤ ਜ਼ਿਆਦਾ ਪ੍ਰੇਮ ਹੈ ਅਤੇ ਇਹ ਵੀ ਦੱਸਿਆ ਜਾਂਦਾ ਹੈ ਕਿ ਧੰਨ ਧੰਨ ਸੁਆਮੀ ਲਾਲ ਦਾਸ ਮਹਾਰਾਜ ਜੀ ਨੂੰ ਸਾਡੇ ਪਿੰਡ ਵਿੱਚ ਲਿਆਉਣ ਵਾਲਾ ਇਹੀ ਪਰਿਵਾਰ ਸੀ। ਸੱਸ ਆਏ ਮਹਾਰਾਜ ਟਿੱਬੀਆਂ ਤੇ ਉੱਥੇ ਮਹਾਰਾਜ ਮੂਹਰੇ ਅਰਜ਼ ਕਰੀ, ਮਹਾਰਾਜ ਸਾਡੇ ਪਿੰਡ ਜਾਣਾ। ਮਹਾਰਾਜ ਭਵਾਨੀਪੁਰ ਵਾਲੇ ਕਹਿੰਦੇ ਸਾਡੇ ਪਿੰਡ ਜਾਣਾ। ਮਹਾਰਾਜ ਕਹਿੰਦੇ ਵੀ ਪਿੰਡ ਕਿਹੜਾ ਮੂਹਰੇ ਆਉਂਦਾ। ਸਾਰਿਆਂ ਨੇ ਕਿਹਾ ਵੀ ਮੂਹਰੇ ਤਾਂ ਡੱਲੇ ਵਾਲਾ ਆਉਂਦਾ, ਲੁਧਿਆਣੇ ਨੂੰ ਜਾਣਾ ਤਾਂ ਮਹਾਰਾਜ ਨੇ। ਜਦ ਫਿਰ ਮਹਾਰਾਜ ਜੀ ਕਹਿੰਦੇ ਵੀ ਹਾਜ਼ਰੀ ਤੁਹਾਡੇ ਹੀ ਕਰਨੀ ਹੈ। ਅਸੀਂ ਦਾਲ ਬਣਾ ਲਈ ਥੋੜ੍ਹੀ ਜਿਹੀ, ਨਾਲੇ ਰੋਟੀਆਂ ਪਕਾ ਲਈਆਂ 10 ਕੁ ਬੰਦਿਆਂ ਦੀਆਂ। ਜਦ ਉੱਥੇ ਲੈ ਕੇ ਕੁਟੀਆ ਰੱਖ ਦਿੱਤੀ ਰਾਸਣ, ਤਾਂ ਮਹਾਰਾਜ ਜੀ ਵੀ ਆ ਗਏ। ਮਗਰ ਸੰਤ ਸਾਹਿਬ ਆ ਗਏ, 15 ਸੰਤ ਹੋਣੇ ਹੈ, 10 ਕੁ ਭਗਤ ਹੋਣੇ ਹੈ। ਰੋਟੀ ਔਰ ਦਾਲ ਅਸੀਂ ਥੋੜ੍ਹੀ ਲੈ ਗਏ। ਅਸੀਂ ਹੈਰਾਨ ਰਹਿ ਗਏ ਵੀ ਹੁਣ ਕਿਆ ਕਰੀਏ, ਵੀ ਹੁਣ ਨਾ ਦਾਲ ਬਣਨੀ ਇੰਨੀ ਛੇਤੀ, ਨਾ ਰੋਟੀ ਪੱਕਣੀ ਹੈ। ਮਹਾਰਾਜ ਜੀ ਆਏ ਗੰਗਾਨੰਦ, ਕਹਿੰਦੇ ਬੀਬੀਓ ਵੀ ਕਾਹਤੇ ਨਹੀਂ ਵਰਤਾਉਣ ਲੱਗੇ। ਅਸੀਂ ਕਿਹਾ ਮਹਾਰਾਜ ਜੀ ਵੀ ਸਾਡੇ ਕੋਲ ਰਾਸ਼ਨ ਥੋੜ੍ਹਾ, ਬੰਦੇ ਜ਼ਿਆਦਾ ਹੈ। ਕਹਿੰਦਾ ਅੱਛਾ। ਉਹਨਾਂ ਨੂੰ ਚਿੱਪੀ ਵਿੱਚੋਂ ਪਾਣੀ ਪਾਇਆ, ਚੂਲੀ ਮਾਰੀ ਰਾਸ਼ਨ ਪਾਉਣਾ। ਕਹਿੰਦਾ ਵਰਤਾਓ। ਜਦ ਵਰਤਾਉਣ ਲੱਗੇ ਤਾਂ ਰਾਸ਼ਨ ਵੀ ਵੱਧ ਗਿਆ,
ਦਾਲ ਵੀ ਵੱਧ ਗਈ, ਰੋਟੀਆਂ ਵੀ ਵੱਧ ਗਈਆਂ ਛਾਬੀ ਵਿੱਚ। ਐਨ ਸਾਰਾ ਕੁਝ ਵੱਧ ਗਿਆ। ਫਿਰ ਸੰਗਤ ਨੇ ਸਾਰਿਆਂ ਨੇ ਹਾਜ਼ਰੀ ਕਰੀ ਵੀ ਅਸੀਂ ਹੈਰਾਨ ਰਹਿ ਗਏ। ਰੋਟੀਆਂ ਵੀ ਉੱਦਾਂ ਹੀ ਪਈਆਂ, ਦਾਲ ਵੀ ਉੱਦਾਂ ਹੀ ਪਈ। ਇੰਨੀ ਮਹਾਰਾਜ ਦੀ ਸ਼ਕਤੀ ਕੋਈ ਹੈ ਉਹਦੇ ਵਿੱਚ। ਮਹਾਰਾਜ ਜੀਆਂ ਦੇ ਬਹੁਤ ਪਰਚੇ ਹੈ, ਕਿਹੜੇ ਕਿਹੜੇ ਸੁਣਾਈਏ। ਮਹਾਰਾਜ ਜੀ ਇੱਕ ਵਾਰੀ ਸਾਡੇ ਘਰ ਆਏ, ਭਿਖਿਆ ਕਰਦੇ, ਰੋਟੀ ਦਿੱਤੀ। ਮਹਾਰਾਜ ਕਹਿੰਦੇ ਅੱਧੀ ਰੋਟੀ ਦੇ ਵੀ ਅੱਧੀ ਰੋਟੀ ਦਿੱਤੀ। ਮੈਂ ਉੱਪਰ ਮਾੜਾ ਜਿਹਾ ਘੇ ਪਾ ਦਿੱਤਾ ਇੰਨਾ ਕੁ। ਉਹਨਾਂ ਘੇ ਮਹਾਰਾਜ ਕਹਿੰਦੇ ਵੀ ਘੇ ਲਾ ਦੇ ਵੀ। ਮੈਂ ਕਿਹਾ ਮਹਾਰਾਜ ਲੁੱਖੀ ਰੋਟੀ ਤੁਸੀਂ ਕਿੱਦਾਂ ਖਾ ਲਓਗੇ? ਕਹਿੰਦਾ ਜੇ ਘੇ ਖਾਣਾ ਹੁੰਦਾ ਘਰ ਬੈਠਦੇ ਅਸੀਂ। ਤੇ ਰੋਟੀ ਤਿੰਨਾਂ ਘਰਾਂ 'ਤੇ ਅੱਧੀ ਅੱਧੀ ਰੋਟੀ ਲਈ, ਭਿਖਿਆ ਕਰੀ, ਖੜੇ ਨਹੀਂ ਲੁੱਖੀ ਰੋਟੀ ਖਾ ਲਈ। ਬੜੇ ਬੇਅੰਤ ਹੈ। ਸਤਿ ਸ੍ਰੀ ਅਕਾਲ ਜੀ। ਹੁਣ ਅਸੀਂ ਸਾਡੇ ਹੀ ਪਿੰਡ ਦੇ ਸੂਝਵਾਨ ਇਨਸਾਨ ਜੋ ਸਾਡੇ ਰਿਸ਼ਤੇ 'ਚ ਬੜੇ ਭਾਈ ਭਰਾ ਜੀ ਲੱਗਦੇ ਹਨ, ਉਹਨਾਂ ਕੋਲ ਆਏ ਹਾਂ। ਇਹਨਾਂ ਉੱਤੇ ਮਹਾਰਾਜ ਜੀਆਂ ਦੀ ਬਹੁਤ ਅਸੀਮ ਕਿਰਪਾ ਹੋਈ ਹੈ। ਸੋ ਹੁਣ ਅਸੀਂ ਉਹਨਾਂ ਦੇ ਹੀ ਮੁਖ ਤੋਂ ਮਹਾਰਾਜ ਜੀਆਂ ਦੇ ਪਰਚੇ ਬਾਰੇ ਸੁਣਾਂਗੇ। ਅੱਛਾ ਇਹ ਤਾਂ ਹੋਈ ਇੱਦਾਂ। ਪਹਿਲਾਂ ਮਹਾਰਾਜ ਦੇ ਕੋਲ ਹੀ ਕੁੜੀਆਂ ਬੈਠੀ ਸੀ, ਸਾਡੇ ਸਾਰੇ ਬੰਦੇ ਬੈਠੇ ਸੀ ਨਾ ਸਿਆਣੇ। ਮਹਾਰਾਜ ਉੱਥੇ ਜਿੱਥੇ ਬਣਾਈ ਵੀ ਜਗ੍ਹਾ ਉੱਥੇ ਬੈਠੀ ਸੀ। ਉਹ ਫਿਰ ਨਿਸ਼ਾ ਦਾ ਦੂਆ ਸਾਡਾ ਉਮਾ ਭਗਤ ਆ, ਹੋਰ ਦੇ ਗਈ ਉਹਨੇ ਕਹਿ ਦਿੱਤਾ ਵੀ ਭਾਈ ਮਹਾਰਾਜ ਜੀ ਦੇ ਕੁੜੀਆਂ 5-4 ਹੋ ਗਈਆਂ, ਇਹਨਾਂ ਪਰ ਕਿਰਪਾ ਕਰੋ, ਕਿੱਦਾਂ ਵੀ ਹੋਊਗੀ ਗੱਲ। ਉਹ ਮਹਾਰਾਜ ਕਹਿੰਦੇ ਭਾਈ ਆਪੇ ਕਿਰਪਾ ਕਰ ਦੇਣੀ ਭੂਰੀ ਵਾਲਿਆਂ ਨੇ, ਭੂਰੀ ਵਾਲਾ ਮੋਹਰੇ ਮੱਥਾ ਟੇਕ ਦਿਓ। ਮੈਂ ਕੌਣ ਕਰਨੇ ਉਹਨਾਂ ਦਾ, ਭੂਰੀ ਵਾਲਾ ਕਰਦਾ ਜੋ ਕਰਦਾ। ਬਸ ਉਹਨਾਂ ਦੀ ਫਿਰ ਭਾਈ ਕਿਰਪਾ ਹੋ ਗਈ। ਆ ਰੱਬ ਦੇ ਦਿੱਤੇ 2 ਮੁੰਡੇ। ਤੇ 5 ਕੁੜੀਆਂ ਦਾ ਬਾਅਦ ਹੋਏ ਸੀ ਮੁੰਡੇ? ਇਹ ਕੁੜੀ ਆਹ 'ਚ ਹੋਈ ਹੈ ਛੋਟੀ, ਜਿਹੜੀ ਹੈ ਪਹਿਲਾਂ ਬੜਾ ਗੁਰਚਨ ਹੋਇਆ, ਵੀ ਬਾਅਦ ਨਿੱਕੀ ਆਈ। ਇਹ ਤਾਂ ਮੁੰਡੇ ਦੇ ਬਾਅਦ 'ਚ ਦੂਏ ਛੋਟਾ ਆ ਗਿਆ। ਅੱਛਾ ਜੀ। ਇਹ ਸਭ ਉਹਨਾਂ ਦੀ ਕਿਰਪਾ ਹੀ ਮਹਾਰਾਜ ਦੀ ਭਰਾਵਾ ਦੇਣੇ। ਆਪਣੇ ਪਰ ਤਾਂ ਗੱਲ ਲੈਂਦੀ ਸੀ ਇਹਨੇ ਤਾਂ ਪਹਿਲਾਂ। ਉਹ ਤਾਂ ਕਹਿੰਦੇ ਭਾਈ ਮਹਾਰਾਜ ਦੇ ਭੂਰੀ ਵਾਲਾ ਮੱਥਾ ਟੇਕ ਦਿਓ, ਆਪੇ ਉਹਨੀ ਕਿਰਪਾ ਕਰ ਦੇਣੀ ਹੈ। ਕਰਦੇ ਕਰਾਉਣ ਜਿੱਦਾਂ ਮਰਜ਼ੀ। ਉਹਨੇ ਆਪਣੇ ਪਰ ਨਾ ਕਦੇ ਵੀ ਨਾ ਲਿਆ ਉਹਨੂੰ, ਭਰਾਵਾ ਉਹਨਾਂ ਦੀ ਕਿਰਪਾ ਹੋ ਗਈ ਤਾਂ। ਨਹੀਂ ਤਾਂ 5 ਕੁੜੀਆਂ ਦੀ ਪਹਿਲਾਂ। ਸਾਰੀ ਸੰਗਤ ਨੂੰ ਸਤਿ ਸਾਹਿਬ। ਤੇ ਮੈਂ ਗੱਲ ਕਰ ਰਿਹਾ ਮਹਾਰਾਜ ਦੀ ਜੱਜ ਸਵਾਮੀ ਗੰਗਾਨੰਦ ਦੀ, ਧੰਨ ਧੰਨ ਸਵਾਮੀ ਗੰਗਾਨੰਦ ਦੀ ਗੱਲ ਕਰ ਰਹੇ ਹਾਂ। ਜੋ ਉਹਨਾਂ ਦੀ ਦੇਣ ਮੇਰੇ ਉੱਪਰ ਹੈ ਉਹ ਸ਼ਾਇਦ ਕਿਸੇ ਉੱਪਰ ਨਹੀਂ ਹੈਗੀ। ਤੇ ਅੱਜ ਜੋ ਵੀ ਕੁਛ ਹੋਇਆ, ਮੈਂ ਅੱਜ ਮੇਰੇ ਕੋਲ ਹੈ ਜੋ ਵੀ ਕੁਛ ਹੈ, ਸਭ ਕੁਛ ਮਹਾਰਾਜ ਦੀ ਦੇਣ ਹੈ। ਤੇ ਮੇਰਾ ਜਨਮ ਵੀ ਜਿਹੜਾ ਹੋਇਆ ਉਹ ਮਹਾਰਾਜ ਦੀ ਦੇਣ ਨਾਲ ਹੀ ਹੋਇਆ ਹੈ। ਸਾਡੇ ਬਜ਼ੁਰਗਾਂ ਨੇ ਦੱਸਿਆ ਹੈ, ਜਦੋਂ ਅਸੀਂ ਮੇਰਾ ਜਨਮ ਨਹੀਂ ਤੋਂ ਮੇਰੇ ਤੋਂ 6 ਮੇਰੀਆਂ ਵੱਡੀਆਂ ਭੈਣਾਂ ਸੀਆਂ। ਤੇ ਸਾਡੇ ਜਨਮ ਨਹੀਂ, ਮਹਾਰਾਜ ਸਾਡੇ ਬਾਬਾ ਜੀ ਲੱਗਦੇ ਨੇ ਓਮ ਪ੍ਰਕਾਸ਼ ਜੀ, ਉਹਨਾਂ ਨੇ ਜਾ ਕੇ ਸਿਫਾਰਿਸ਼ ਕੀਤੀ ਮਹਾਰਾਜ ਨੂੰ ਵੀ ਮਹਾਰਾਜ ਇਹਨਾਂ ਪਰ ਕਿਰਪਾ ਕਰੋ। ਤੇ ਮਹਾਰਾਜ ਨੇ ਕਿਹਾ ਵੀ ਚਲੋ ਐਰਕੀ ਤਾਂ ਨਹੀਂ, ਤਾਂ ਅਗਲੀ ਵਾਰੀ ਮਹਾਰਾਜ ਕਿਰਪਾ ਕਰਨਗੇ। ਉਹਨਾਂ ਦੇ ਕਹਿਣ 'ਤੇ ਹੀ ਮੇਰਾ ਜਨਮ ਹੋਇਆ। ਔਰ ਮੇਰਾ ਜਨਮ ਜੋ ਮੇਰਾ ਨਾਂ ਗੁਰਚਰਨ, ਇਹ ਵੀ ਮਹਾਰਾਜ ਦੇ ਕਹਿਣ 'ਤੇ ਹੀ ਰੱਖਿਆ ਗਿਆ। ਤੇ ਅੱਜ ਜੋ ਵੀ ਮੇਰਾ ਕੰਮਕਾਰ ਹੈ, ਜਿੰਨੀ ਕਿਰਪਾ ਮੇਰੇ ਪਰ ਹੈ, ਸ਼ਾਇਦ ਹੀ ਕਿਸੇ ਉੱਪਰ ਹੋਵੇ। ਜੋ ਵੀ ਮੈਂ ਅੱਜ ਕਰਦਾ, ਮੈਂ ਜੋ ਵੀ ਕੁਛ ਮੇਰਾ ਲੈਣ ਦੇਣ ਜੋ ਵੀ ਹੈ, ਸਾਰਾ ਮਹਾਰਾਜ ਦੇ ਉੱਪਰ ਕਿਰਪਾ ਮੇਰੇ ਉੱਪਰ। ਸਤਿ ਸ੍ਰੀ ਅਕਾਲ ਜੀ। ਹੁਣ ਅਸੀਂ ਕੈਪਟਨ ਸੁਰਿੰਦਰ ਕੁਮਾਰ ਸਿੰਘ ਜੀ ਦੇ ਘਰ ਆਏ ਹਾਂ। ਇਹ ਵੀ ਬਹੁਤ ਜ਼ਿਆਦਾ ਮਹਾਰਾਜ ਦੇ ਪ੍ਰੇਮੀ ਹਨ। ਤੇ ਹੁਣ ਅਸੀਂ ਇਹਨਾਂ 'ਤੇ ਮਹਾਰਾਜ ਜੀਆਂ ਦੇ ਬਾਰੇ ਕੋਈ ਪਰਚਾ ਸੁਣਾਂਗੇ। बोलिए सतगुरुदेव की जय। बंदी छोड़ महाराज की जय। ब्रह्मलीन स्वामी गंगानंद महाराज की जय। महाराज गंगानंद स्वामी जी महाराज बारे गलबात करिए तो सानू जो भी अजकल साडे घर विच जो भी अजकल देन है, ये महाराज दी ही देन है। क्योंकि मेरे जो पहले बाबा जी सीगे, उन्हां दा महाराज जी हुंदे नाल बहुत ज़्यादा प्रेम सीगा, जिन्ना कह लो अथाह प्रेम सीगा। जो भी वो काम करते थे महाराज जी को साक्षी मन के करते थे। क्योंकि महाराज लाल जी दास उन्होंने शिष्य थे वो, तो उन्होंने साढ़े पूरे परिवार को नामदान की बख्शिश कराई। तो मैनू भी महाराज गंगानंद महाराज जी तो नामदान की बख्शिश कराई, जो कि साड़ी डल्लेवाल कुटिया में ही हुई सी। तो महाराज की जिहड़ी देन है साढ़े परिवार ते इन्नी है भी अगर तुसी देखो तो साढ़े पिंड विच मेरे बाबा जी दे 3 लड़के सीगे, वो तिन्ने सरकारी नौकर सीगे, 2 पुलिस विच और 1 फौज विच। तो उस तो बाद महाराज जी ने साढ़े ते बख्शिश कीती। ते उन्हां बारे मैं तुहानूं क्या दस सकदा, महाराज जी ने खुद मैनूं मान लो प्यार दे के मेरे बाबा जी नूं कहा सीगा भी ये एक बड़ा अफसर बन के आएगा इस पिंड विच। और अज तुसी देख सकते हो कि इस पिंड विच मैं एक इकल्ला ही कैप्टन है जो कि फौज विचों 32.5 साल सर्विस करने के बाद वापस
ਮੈਂ ਠੀਕ ਠਾਕ ਆਪਣੇ ਘਰ ਵਾਪਸ ਆਇਆ। ਇਹ ਸਾਰੇ ਮਹਾਰਾਜ ਗੰਗਾਨੰਦ ਦੀ ਹੀ ਦੇਣ ਹੈ। ਬਾਕੀ ਮਹਾਰਾਜ ਗੰਗਾਨੰਦ ਹੋਣ ਦੇ ਨਾਲ ਤਾਂ ਮੈਂ ਸ਼ੁਰੂ ਤੋਂ ਲੈ ਕੇ ਜਦ ਤੋਂ ਮੈਂ ਹੋਸ਼ ਸੰਭਾਲੀ ਹੈ ਤਬ ਤੋਂ ਮਹਾਰਾਜ ਜੀ ਨਾਲ ਜੁੜਿਆ ਹੋਇਆ ਹੈ, ਔਰ ਅੱਜ ਤੱਕ ਜੋ ਵੀ ਕੰਮ ਕੀਤਾ ਮਹਾਰਾਜ ਜੀ ਨੂੰ ਮੋਹਰੇ ਰੱਖ ਕੇ ਕੀਤਾ, ਔਰ ਕੋਈ ਵੀ ਐਸਾ ਕੰਮ ਨਹੀਂ ਹੈ ਜੋ ਕਿ ਮੇਰਾ ਸੰਪੂਰਨ ਨਾ ਹੋਇਆ ਹੋ। ਜਿੰਨੇ ਵੀ ਕੰਮ ਮਹਾਰਾਜ ਜੀ ਦੀ ਦੇਣ ਦੇ ਨਾਲ ਸਾਖੀ ਰੱਖ ਕੇ ਕੀਤੇ ਉਹ ਸਾਰੇ ਅੱਜ ਤੱਕ ਸੰਪੂਰਨ ਹੋਏ ਹਨ। ਤੇ ਅਗਰ ਮਹਾਰਾਜ ਜੀ ਦੇ ਪਰਚੇ ਬਾਰੇ ਗੱਲ ਕਰੀਏ ਤਾਂ ਇੱਕ ਵਾਰ ਬਣੇ ਟੌਂਸੇ ਦੀ ਗੱਲ ਹੈ, ਮਹਾਰਾਜ ਜੀ ਹੁਣੀ ਪਾਠ ਰੱਖਿਆ ਵਾ ਸੀਗਾ ਤੇ ਸਾਨੂੰ ਵੀ ਮਹਾਰਾਜ ਹੁਣੀ ਉੱਥੇ ਬੁਲਾਇਆ ਸੀਗਾ ਤੇ ਅਸੀਂ ਵੀ ਮਹਾਰਾਜ ਜੀ ਨਾਲ ਬਣੇ ਟੌਂਸੇ ਗਏ ਸੀਗੇ। ਤੇ ਸ਼ਾਮ ਦੇ ਤਕਰੀਬਨ 4 ਵਜੇ ਦੇ ਕਰੀਬ ਮਹਾਰਾਜ ਉਹ ਜਿਹੜੀ ਨਹਿਰ ਹੈ, ਨਹਿਰ ਦੇ ਉੱਪਰ ਰਸਤਾ ਬਣਿਆ ਵਾ ਸੀਗਾ, ਨਹਿਰ ਦੇ ਉੱਪਰ ਜਾ ਰਹੇ ਸਨ ਤੇ ਅੱਗੇ ਜਾ ਕੇ ਇੱਕ ਮਛੁਆਰੇ ਨੇ ਇੱਕ ਬਹੁਤ ਬੜੀ ਮੱਛੀ ਪਕੜੀ ਹੋਈ ਸੀ ਤੇ ਮਹਾਰਾਜ ਉਹਦੇ ਕੋਲ ਪਹੁੰਚੇ ਤੇ ਮਹਾਰਾਜ ਨੇ ਉਹਨਾਂ ਨੂੰ ਕਿਹਾ ਵੀ ਦੁਸ਼ਟਾ ਇਹ ਤੂੰ ਕਿਆ ਕਰ ਰਿਹਾ ਤੇ ਮੱਛੀ ਨੂੰ ਤੂੰ ਪਾਣੀ ਵਿੱਚ ਛੱਡ ਦੇ। ਕਹਿੰਦਾ ਮਹਾਰਾਜ ਜੀ ਇਸ ਮੱਛੀ ਨੂੰ ਤਾਂ ਪਾਣੀ ਵਿੱਚੋਂ ਕੱਢੇ ਤੇ ਘੰਟਾ 1.5 ਘੰਟੇ ਦੇ ਉੱਪਰ ਹੋ ਗਿਆ, ਇਹ ਤਾਂ ਮਰ ਚੁੱਕੀ ਆ ਵੀ। ਕਹਿੰਦੇ ਨਹੀਂ ਤੂੰ ਪਾਣੀ ਵਿੱਚ ਛੱਡ ਦੇ ਦੁਬਾਰਾ ਇਹਨੂੰ। ਕਹਿੰਦੇ ਇਹ ਕੰਮ ਨਾ ਕਰ ਤੂੰ। ਕਹਿੰਦਾ ਨਹੀਂ ਮਹਾਰਾਜ ਜੀ ਇਹ ਮੇਰਾ ਰੋਜੀ ਰੋਟੀ ਇਹਦੇ ਪਰੇ ਚੱਲਦੀ ਹੈ, ਮੈਂ ਇਹਨੂੰ ਵੇਚ ਕੇ ਆਪਣੀ ਰੋਜੀ ਰੋਟੀ ਕਮਾ ਰਿਹਾ। ਕਹਿੰਦੇ ਤੂੰ ਕੋਈ ਹੋਰ ਕੰਮ ਕਰ ਲੈ ਤੇ ਤੂੰ ਮੱਛੀ ਨੂੰ ਪਾਣੀ ਛੱਡ ਦੇ। ਕਹਿੰਦੇ ਮਹਾਰਾਜ ਜੀ ਇਹ ਮਰੀ ਵੀ ਹੈ, ਦੇਖ ਲਓ ਤੁਸੀਂ ਪਾਣੀ ਛੱਡ ਕੇ ਨਹੀਂ ਜਿੰਦੀ ਹੋ ਸਕਦੀ। ਤੇ ਉਸ ਟਾਈਮ ਜਦੋਂ ਮਹਾਰਾਜ ਕਹਿੰਦੇ ਵੀ ਠੀਕ ਹੈ ਚੱਲ ਸਾਈਡ ਤੇ ਹੋ, ਮਹਾਰਾਜ ਨੇ ਉਹਨਾਂ ਨੂੰ ਸਾਈਡ ਤੇ ਕੀਤਾ ਤੇ ਮੱਛੀ ਦੇ ਉੱਪਰ ਆਪਣੇ ਸਿਰ ਦਾ ਜਿਹੜਾ ਪਟਕਾ ਸੀ ਉਹ ਕੱਢ ਕੇ ਮੱਛੀ ਦੇ ਉੱਪਰ ਪਾਇਆ ਤੇ ਉਹ ਤੋਂ ਬਾਅਦ ਮਹਾਰਾਜ ਜੀ ਨੇ ਆਪਣੀ ਚਿੱਪੀ ਦੇ ਵਿੱਚੋਂ ਛਿੱਟਾ ਮਾਰਿਆ ਤੇ ਮੱਛੀ ਨੇ ਛਾਲ ਮਾਰੀ ਪਾਣੀ 'ਚ। ਬੋਲੀਏ ਸਤਿਗੁਰ ਦੇਵ ਕੀ ਜੈ। ਇਸੇ ਤਰ੍ਹਾਂ ਇੱਕ ਪਰਚਾ ਤਲਵੰਡੀ ਦਾ ਹੈ। ਤਲਵੰਡੀ ਮਹਾਰਾਜ ਜੀ ਉਹਨਾਂ ਨੇ ਪਾਠ ਰੱਖਿਆ ਸੀਗਾ ਤੇ ਉੱਥੇ ਇੱਕ ਬੰਦਾ ਜਾਣੀ ਕਿ ਬਾਹਰੋਂ ਆਇਆ ਸੀਗਾ, ਉਹ ਮਹਾਰਾਜ ਵਾਸਤੇ ਇੱਕ ਘੜੀ ਖਰੀਦ ਕੇ ਲਿਆਇਆ ਤੇ ਉਹਨਾਂ ਨੇ ਮਹਾਰਾਜ ਨੂੰ ਆ ਕੇ ਦਿੱਤੀ ਵੀ ਮਹਾਰਾਜ ਜੀ ਮੈਂ ਤੁਹਾਡੇ ਵਾਸਤੇ ਘੜੀ ਖਰੀਦ ਕੇ ਲਿਆਇਆ ਵੀ ਤੁਸੀਂ ਇਹ ਘੜੀ ਆਪਣੀ ਲਗਾ ਲਓ। ਉਹ ਮਹਾਰਾਜ ਜੀ ਕਹਿੰਦੇ ਭਾਈ ਇਹ ਤਾਂ ਤੇਰੀ ਘੜੀ ਬਹੁਤ ਮਹਿੰਗੀ ਹੈ, ਮੈਂ ਇਹ ਘੜੀ ਮੰਨ ਲਓ ਇਹ ਮੈਂ ਘੜੀ ਨਹੀਂ ਲਗਾਣੀ। ਉਹ ਕਹਿੰਦੇ ਨਹੀਂ ਮਹਾਰਾਜ ਜੀ ਮੈਂ ਇੰਨੀ ਦੂਰ ਤੋਂ ਤੁਹਾਡੇ ਵਾਸਤੇ ਖਰੀਦ ਕੇ ਲਿਆਇਆ, ਤੁਸੀਂ ਇੱਕ ਵਾਰੀ ਨੂੰ ਜ਼ਰੂਰ ਲਾਓ। ਕਹਿੰਦੇ ਚੱਲ ਠੀਕ ਹੈ ਤੇਰੇ ਕਹਿਣ 'ਤੇ ਇੱਕ ਵਾਰੀ ਮੈਂ ਲਾ ਲੈਣਾ। ਮਹਾਰਾਜ ਜੀ ਨੇ ਉਹ ਘੜੀ ਲਾਈ ਤੇ ਘੜੀ ਲਾਉਣ ਤੋਂ ਬਾਅਦ ਫਿਰ ਵਾਪਸ ਉਹਨਾਂ ਨੂੰ ਦੇ ਦਿੱਤੀ। ਤੇ ਉਸ ਤੋਂ ਬਾਅਦ ਤਕਰੀਬਨ ਘੰਟੇ 1.5 ਘੰਟੇ ਬਾਅਦ ਉਹ ਮੁੰਡੇ ਜਿੱਦਾਂ ਬਾਥਰੂਮ ਸੀਗੇ, ਬਾਥਰੂਮ ਵਿੱਚ ਨਹਾਉਣ ਲੱਗੇ, ਉਹਨਾਂ ਘੜੀ ਲਾ ਕੇ ਉੱਥੇ ਰੱਖ ਦਿੱਤੀ ਤੇ ਉਹ ਤੋਂ ਬਾਅਦ ਉਹ ਘੜੀ ਉੱਥੋਂ ਕੋਈ ਚੁੱਕ ਲੈ ਗਿਆ। ਤੇ ਪਹਿਲਾਂ ਉਹ ਟੋਲਦੇ ਰਹੇ, ਆਪਸ ਵਿੱਚ ਟੋਲਦੇ ਰਹੇ, ਇੱਕ ਦੂਜੇ ਨੂੰ ਪੁੱਛਦੇ ਰਹੇ ਵੀ ਘੜੀ ਕਿੱਥੇ ਹੈ, ਲੇਕਿਨ ਉਹ ਘੜੀ ਨਹੀਂ ਲੱਭੀ। ਜਦੋਂ ਹੁੰਦੀ ਗੱਲ ਮਹਾਰਾਜ ਕੋਲ ਪਹੁੰਚ ਗਈ। ਮਹਾਰਾਜ ਜੀ ਉਸ ਟਾਈਮ ਭੋਗ ਦਾ ਟਾਈਮ ਸੀਗਾ। ਮਹਾਰਾਜ ਜੀ ਕਹਿੰਦੇ ਚਲੋ ਕੋਈ ਗੱਲ ਨਹੀਂ ਲੱਭੇ ਆਏਗੀ, ਕਹਿੰਦੇ ਆ ਜਾਓ ਤੁਸੀਂ ਭੋਗ ਪਾਓ। ਤੇ ਮਹਾਰਾਜ ਜੀ ਭੋਗ ਪਾਉਣ ਲੱਗ ਪਏ। ਜਦੋਂ ਭੋਗ ਪਾਉਣ ਲੱਗੇ ਮਹਾਰਾਜ ਜੀ ਹੁਣੀ ਆਪਣੇ ਇਹਦਾ ਭੋਗ ਦਾ ਸ਼ਬਦ ਲਾਇਆ। ਜਦੋਂ ਭੋਗ ਦਾ ਸ਼ਬਦ ਕੰਪਲੀਟ ਹੋਇਆ ਤੇ ਉਹ ਕਹਿੰਦੇ ਉਹਨਾਂ ਨੇ ਇੱਕ ਪਿੰਡ ਦਾ ਨਾਂ ਲਿਆ। ਮੈਂ ਹੁਣ ਪਿੰਡ ਦਾ ਨਾਂ ਨਹੀਂ ਤੁਹਾਨੂੰ ਦੱਸਾਂਗਾ ਕਿਉਂਕਿ ਠੀਕ ਨਹੀਂ ਹੈ। ਉਸ ਪਿੰਡ ਦਾ ਨਾਂ ਲਿਆ ਵਾ। ਕਹਿੰਦੇ ਉਸ ਪਿੰਡ ਦੀ ਸੰਗਤ ਸਾਰੀ ਖੜੀ ਹੋ ਜਾਓ। ਤੇ ਜਦੋਂ ਉਸ ਪਿੰਡ ਦੀ ਸਾਰੀ ਸੰਗਤ ਖੜੀ ਹੋ ਗਈ, ਕਹਿੰਦੇ ਤੁਹਾਡੇ ਵਿੱਚੋਂ ਬੰਦਾ ਦੇਖੋ ਜਿਹੜਾ ਬੰਦਾ ਇੱਥੇ ਤੁਹਾਨੂੰ 1.5 ਘੰਟੇ ਤੋਂ ਨਹੀਂ ਮਿਲਿਆ। ਤੋ ਇੱਕ ਦੂਏ ਬੰਦੇ ਨੂੰ ਦੇਖਣ ਲੱਗ ਪਏ ਵੀ ਕੌਣ ਬੰਦਾ ਕਿੱਥੇ ਕੰਮ ਕਰਦਾ ਸੀਗਾ, ਕਿਉਂਕਿ ਪਿੰਡ ਦੇ ਬੰਦੇ ਸੀਗੇ, ਉਹਨਾਂ ਸਾਰਿਆਂ ਨੂੰ ਪਤਾ ਸੀਗਾ ਕਿ ਕਿਹੜਾ ਬੰਦਾ ਕਿੱਥੇ ਕੰਮ ਕਰਦਾ, ਕਿਹੜਾ ਬੰਦਾ ਕਿੱਥੇ ਕੰਮ ਕਰਦਾ। ਜਦੋਂ ਇੱਕ ਬੰਦੇ ਨੂੰ ਕਹਿਣ ਲੱਗੇ ਵੀ ਮਹਾਰਾਜ ਵੀ ਇਹ ਬੰਦਾ ਨਹੀਂ ਸਾਨੂੰ ਦਿਖਿਆ ਕਿੱਥੇ, ਵੀ ਤੂੰ ਕਿੱਥੇ ਸੀਗਾ, ਤੇ ਉਹ ਕਹਿੰਦਾ ਜੀ ਮੈਂ ਫਲਾਨੀ ਜਗ੍ਹਾ। ਹੁਣ ਜਿਹੜੀ ਜਗ੍ਹਾ ਕਹਵੇ ਉਸ ਜਗ੍ਹਾ ਦੂਸਰੇ ਬੰਦੇ ਸੀਗੇ, ਉਹ ਕਹਿੰਦੇ ਵੀ ਸਾਡੇ ਨਾਲ ਤਾਂ ਤੂੰ ਹੈ ਨਹੀਂ ਤਾਂ। ਤੇ ਇੱਦਾਂ ਕਰਕੇ ਫਿਰ ਜਦੋਂ ਉਹ ਨਹੀਂ ਕਿਸੇ ਦੇ ਨਾਲ ਲੱਭਿਆ ਤੇ ਮਹਾਰਾਜ ਉਹਨੂੰ ਕਹਿੰਦੇ ਚੱਲ ਤੂੰ ਗਾਹਾਂ ਨੂੰ ਆ ਜਾ। ਤੇ ਮਹਾਰਾਜ ਨੇ ਉਹਨੂੰ ਅੱਗੇ ਬੁਲਾ ਲਿਆ। ਕਹਿੰਦੇ ਜਾ ਐਂ ਕਰ ਬੱਚੇ, ਤੂੰ ਜਿੱਥੋਂ ਘੜੀ ਤੈਂ ਮੰਨ ਲਓ ਵੇਚੀ ਹੈ ਜਾਂ ਵਾਪਸ ਲਿਆ। ਕਹਿੰਦਾ ਮਹਾਰਾਜ ਜੀ ਮੈਂ ਨਹੀਂ ਘੜੀ ਚੱਕੀ ਨਾ ਮੈਂ। ਕਹਿੰਦੇ ਨਾ ਤੂੰ ਕਹਿੰਦੇ ਇੱਥੇ ਚੱਲ ਜਾ, ਹੁਣ ਭੋਗ ਰੱਖਿਆ ਵਾ, ਇੱਥੇ ਤੇਰੀ ਬੇਇੱਜ਼ਤੀ ਬਹੁਤ ਹੋਣੀ, ਜਾਂ ਤੂੰ ਚੁੱਪਚਾਪ ਨਿਕਲ ਜਾ, ਜਿੱਥੇ ਵੇਚ ਕੇ ਆਇਆ ਤੂੰ ਵਾਪਸ ਲਿਆ। ਉਹ ਕਹਿੰਦਾ ਮਹਾਰਾਜ ਜੀ ਜੇ ਤੁਸੀਂ ਕਹਿੰਦੇ ਤਾਂ ਮੈਂ ਚੱਲ ਜਾਣਾ, ਪਰ ਮੈਨੂੰ ਘੜੀ ਦਾ ਪਤਾ ਨਹੀਂ ਹੈ। ਕਹਿੰਦੇ ਜਾ ਤੂੰ ਫਟਾਫਟ ਚੱਲ ਜਾ। ਚੱਲ ਜੀ ਉਹ ਬੰਦਾ ਗਿਆ, ਜਾ ਕੇ ਉਹਨੇ ਬਲਾਚੌਰ ਘੜੀ ਵੇਚੀ ਸੀਗੀ। ਘੜੀ ਤੋਂ ਬਾਅਦ ਫਿਰ ਉਹ ਬੰਦੇ ਨੇ ਘੜੀ ਪਜਾਤੀ ਵੀ, ਲੇਕਿਨ ਬੰਦਾ ਵਾਪਸ ਨਹੀਂ ਆਇਆ। ਉਹਦਾ ਸਕੂਟਰ ਲੰਬਰੇਟਾ ਸਕੂਟਰ ਸੀਗਾ, ਉਹ ਵੀ ਉੱਥੇ ਖੜਾ ਰਿਹਾ। ਤੇ ਜਦੋਂ ਉਹ ਘੜੀ ਵਾਪਸ ਦੇ ਗਿਆ ਤੇ ਇਸ ਤਰ੍ਹਾਂ ਉਹ ਘੜੀ ਮਹਾਰਾਜ ਨੇ, ਇਹ ਵੀ ਇੱਕ ਪਰਚਾ ਸੀਗਾ ਮਹਾਰਾਜ ਦਾ। ਇਹ ਮੇਰੇ ਅੱਖੀਂ ਦੇਖੇ ਦੇ ਪਰਚੇ ਹੈ। ਉਸ ਤੋਂ ਬਾਅਦ ਇੱਕ ਪਰਚਾ ਸਾਡੇ ਪਿੰਡ ਦਾ, ਉਹ ਮੈਂ ਤੁਹਾਨੂੰ ਦੱਸਣ ਲੱਗਾ, ਜੋ ਕਿ ਮੈਂ ਮੇਰੇ ਬਾਬਾ ਜੀ ਦੇ ਨਾਲ ਤਲਵੰਡੀ ਭੋਗ ਵਿੱਚ ਗਏ ਹੋਏ ਸੀਗੇ। ਉੱਥੇ ਇਹ ਸਾਡੇ ਪਿੰਡ ਦੇ ਸ਼ੰਕਰ ਆਪਣੇ ਬੱਗੂ ਭਗਤ ਸਾਡੇ ਭਗਤ ਜੀ ਹੈ, ਇਹਨਾਂ ਦੇ ਭਰਾ ਸੀਗੇ ਸ਼ੰਕਰ, ਉਹ ਵੀ ਸਾਡੇ ਨਾਲ ਗਿਆ ਸੀਗਾ। ਤੇ ਜਦੋਂ ਅਸੀਂ ਤਲਵੰਡੀ ਪਹਿਲਾਂ ਅਸੀਂ ਲੁਧਿਆਣਾ ਗਏ, ਲੁਧਿਆਣਾ ਕੁਟੀਆ ਵਿੱਚ ਇੱਕ ਦਿਨ ਰਹੇ। ਉਸ ਤੋਂ ਬਾਅਦ ਫਿਰ ਅਸੀਂ ਤਲਵੰਡੀ ਚੱਲ ਗਏ। ਤਲਵੰਡੀ ਮਹਾਰਾਜ ਗੰਗਾਨੰਦ ਹੁਣੀ ਭੋਗ ਰੱਖਿਆ ਸੀਗਾ।
ਤੇ ਉਸ ਦਿਨ ਜਦੋਂ ਤਲਵੰਡੀ ਗਏ ਤੇ ਉੱਥੇ ਜਾ ਕੇ ਤਲਵੰਡੀ ਬਹੁਤ ਬੜੀ ਕੁਟੀਆ, ਹੁਣ ਤਾਂ ਉੱਥੇ ਬਹੁਤ ਬੜੀ ਮਤਲਬ ਮਹਾਰਾਜ ਦੀ ਬਣ ਗਈ ਹੈ, ਲੇਕਿਨ ਉਸ ਟਾਈਮ ਉਹ ਛੋਟੀ ਜੀ ਕੁਟੀਆ ਸੀਗੀ। ਵੈਸੇ ਵੀ 2-3 ਕਿੱਲੇ ਵਿੱਚ ਸੀਗੀ, ਲੇਕਿਨ 4-5 ਕਮਰੇ ਪਏ ਸੀਗੇ। ਉੱਥੇ ਇੱਕ ਭੋਰਾ ਸਾਹਿਬ ਸੀਗਾ ਜਿੱਥੇ ਮਹਾਰਾਜ ਹੁਣੀ ਭੋਰੇ ਵਿੱਚ ਵੀ ਰਹੇ ਹੈ। ਤੇ ਅਸੀਂ ਇੱਦਾਂ ਅਲੱਗ-ਅਲੱਗ ਸੰਤਾਂ ਕੋਲ ਜਾ ਕੇ ਬੈਠੇ ਤੇ ਇਹ ਸ਼ੰਕਰ ਨੂੰ ਮਹਾਰਾਜ ਹੁਣੀ ਕਿਹਾ, ਉਹ ਪੱਖਾ ਸੀਗਾ ਜਿਹੜਾ ਆਪਣਾ ਬਿਜਲੀ ਵਾਲਾ ਪੱਖਾ, ਉਸ ਟਾਈਮ ਪੱਖੇ ਵੀ ਦੂਸਰੇ ਸੀਗੇ, ਤੇ ਉਹ ਪੱਖੇ ਨੂੰ ਮਹਾਰਾਜ ਹੁਣੀ ਸ਼ੰਕਰ ਨੂੰ ਕਿਹਾ ਵੀ ਇਹ ਚੱਕ ਕੇ ਤੂੰ ਸਾਨੂੰ ਸਾਡੀ ਬਖਾ ਨੂੰ ਕਰ ਦੇ ਥੋੜ੍ਹਾ ਜਿਹਾ। ਤੇ ਉਹ ਕੁਦਰਤੀ ਉਹਦੀ ਤਾਰ ਨੰਗੀ ਸੀਗੀ, ਜਿੱਦਾਂ ਹੀ ਉਹ ਸ਼ੰਕਰ ਨੇ ਪੱਖਾ ਚੱਕਿਆ ਮਹਾਰਾਜ ਬਖਾ ਨੂੰ ਕਰਨ ਲੱਗਾ ਤੇ ਉਹ ਨੰਗੀ ਤਾਰ ਦੇ ਨਾਲ ਉਹਦਾ ਹੱਥ ਲੱਗ ਗਿਆ ਤੇ ਉਹ ਡਾਇਰੈਕਟ ਸੀਗੀ ਲਾਈਟ, ਤੇ ਜਿੱਦਾਂ ਹੀ ਲਾਈਟ ਦਾ ਝਟਕਾ ਲੱਗਿਆ ਤੇ ਸ਼ੰਕਰ ਉੱਥੇ ਡਿੱਗ ਪਿਆ। ਤੇ ਉਸ ਟਾਈਮ ਮਹਾਰਾਜ ਉਹਨੇ ਦੇਖਿਆ ਵੀ ਇਹ ਤਾਂ ਕੰਮ ਖਰਾਬ ਹੋ ਗਿਆ। ਜਦੋਂ ਉਹਨੂੰ ਸਾਰੇ ਹਲਾਲ ਹੋਣ ਲੱਗੇ ਤਾਂ ਉਹਦੇ ਵਿੱਚ ਕੋਈ ਸਵਾਸ ਨਹੀਂ, ਕੋਈ ਕੁਛ ਨਹੀਂ, ਬਿਲਕੁਲ ਇੱਕਦਮ ਬਿਜਲੀ ਦਾ ਮੇਨ ਝਟਕਾ ਲੱਗਾ ਸੀਗਾ ਤੇ ਇਹਦੇ ਨਾਲ ਇੱਕਦਮ ਉਹਦੇ ਸਾਹ ਬੰਦ ਹੋ ਗਿਆ। ਤੇ ਉਹ ਕਹਿੰਦੇ ਮਹਾਰਾਜ ਜੀ ਇਹ ਤਾਂ ਭਈ ਹੁਣ ਮੁਸ਼ਕਲ ਹੈ ਨਹੀਂ। ਕਹਿੰਦੇ ਨਹੀਂ ਕੁਛ ਨਹੀਂ ਹੋਇਆ, ਕੁਛ ਨਹੀਂ ਹੋਇਆ। ਕਹਿੰਦੇ ਸਾਈਡ ਤੇ ਹਟੋ। ਮਹਾਰਾਜ ਉਹਨੇ ਭੋਰਾ ਸਾਹਿਬ ਵਿੱਚ ਗਏ, ਉੱਥੇ ਜਾ ਕੇ ਫਿਰ ਮਹਾਰਾਜ ਉਹਨੇ ਬੇਨਤੀ ਕੀਤੀ, ਪਤਾ ਨਹੀਂ ਕਿਆ ਮਤਲਬ ਅੰਦਰ ਜਾ ਕੇ ਉਹਨਾਂ ਨੇ ਕਿਆ ਗੱਲਬਾਤ ਕੀਤੀ ਉਹਦੇ ਬਾਰੇ ਤਾਂ ਮੈਂ ਤੁਹਾਨੂੰ ਦੱਸ ਨਹੀਂ ਸਕਦਾ, ਲੇਕਿਨ ਬਾਹਰ ਆਵਾਜ਼ ਜ਼ਰੂਰ ਸੁਣਦੀ ਸੀਗੀ ਵੀ ਮਹਾਰਾਜ ਕਹਿ ਰਹੇ ਸੀਗੇ ਵੀ ਭਾਈ ਇਹ ਸਾਡੇ ਹੁਣ ਇੱਥੇ ਆ ਕੇ ਇਹਨੂੰ ਮਾਰਨਾ ਸੀਗਾ, ਜੇ ਭਾਈ ਇਹਨੂੰ ਮਾਰਨਾ ਹੁੰਦਾ ਤਾਂ ਰਸਤੇ 'ਚ ਕਿਤੇ ਐਕਸੀਡੈਂਟ ਕਰਾ ਦੇਣਾ ਸੀਗਾ, ਇਹ ਤਾਂ ਹੁਣ ਸਾਡੇ ਜੰਮੇ ਪੈਣਾ, ਤਿੰਨ ਕਰੋ ਇਹਦਾ ਕੁਛ ਨਾ ਕੁਛ। ਤੇ ਉਹ ਭੋਰੇ ਸਾਹਿਬ ਚੋਂ ਮਹਾਰਾਜ ਜੀ ਹੁਣੀ ਬਾਹਰ ਆਏ 10-15 ਮਿੰਟ ਬਾਅਦ, ਆ ਕੇ ਚਿੱਪੀ ਚੋਂ ਆਪਣੇ ਪਾਣੀ ਦਾ ਛਿੱਟਾ ਮਾਰਿਆ ਤੇ ਸ਼ੰਕਰ ਰਾਮ ਰਾਮ ਕਰਦਾ ਦੁਬਾਰਾ ਉੱਠ ਕੇ ਬੈਠ। ਬੋਲ ਸਤਿਗੁਰ ਦੇਵ ਕੀ ਜੈ, ਬੰਦੀ ਛੋੜ ਮਹਾਰਾਜ ਕੀ ਜੈ। ਇਸ ਤਰ੍ਹਾਂ ਮਹਾਰਾਜ ਜੀ ਦੇ ਬਹੁਤ ਸਾਰੇ ਪਰਚੇ ਹਨ, ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਅਗਰ ਮੈਂ ਦੱਸਣ ਲੱਗਾ ਤਾਂ ਪੂਰਾ ਦਿਨ ਲੱਗ ਜਾਏਗਾ ਉਹਨਾਂ ਪਰਚਿਆਂ ਨੂੰ, ਪਰ ਇੰਨਾ ਹੈ ਨਹੀਂ। ਜਿੰਨਾ ਵੀ ਮਹਾਰਾਜ ਦੇ ਨਾਲ ਮੈਂ ਰਿਹਾ ਹਾਂ, ਅਸੀਂ ਤਾਂ ਇੱਥੇ ਤੱਕ ਵੀ ਸੀਗੇ ਵੀ ਜਦੋਂ ਮਹਾਰਾਜ ਜੀ ਸਾਡੀ ਕੁਟੀਆ ਆਉਂਦੇ ਸੀਗੇ, ਉਸ ਟਾਈਮ ਸਾਡੇ ਸਕੂਲ ਦੇ ਵਿੱਚ ਪੇਪਰ ਹੁੰਦੇ ਸੀਗੇ ਤੇ ਅਸੀਂ ਮਹਾਰਾਜ ਉਹਨਾਂ ਕੋਲੋਂ ਪੈਨ ਲੈ ਕੇ ਜਾਂਦੇ ਸੀਗੇ ਵੀ ਮਹਾਰਾਜ ਜੀ ਸਾਡਾ ਪੈਨ ਚਲਾ ਦਿਓ, ਸਾਡਾ ਕੱਲ੍ਹ ਪੇਪਰ ਹੈ। ਤੇ ਤੁਸੀਂ ਅੱਜ ਤੱਕ ਦੇਖ ਲਓ ਵੀ ਮੈਂ ਆਪਣੀ ਕਲਾਸ ਵਿੱਚ ਸਭ ਤੋਂ ਅੱਵਲ ਰਿਹਾ, ਔਰ ਮੈਂ ਪਹਿਲੀ ਤੋਂ ਲੈ ਕੇ 10ਵੀਂ ਤੱਕ ਫਸਟ ਆਉਂਦਾ ਰਿਹਾ, ਸਿਰਫ ਮਹਾਰਾਜ ਦੀ ਦੇਣ। ਔਰ ਉਸ ਤੋਂ ਬਾਅਦ ਭਰਤੀ ਵੀ ਹੋਇਆ, ਉਹ ਵੀ ਮਹਾਰਾਜ ਦੀ ਦੇਣ। ਔਰ ਸਾਡੇ ਪਰਿਵਾਰ 'ਤੇ ਜਿੰਨੀ ਕਿਰਪਾ ਚਾਲੋ ਉਨੀ ਮਹਾਰਾਜ ਦੀ ਕਿਰਪਾ ਹੈ। ਅੱਜ ਵੀ ਮਹਾਰਾਜ ਸਾਖਸ਼ਾਤ ਸਾਡੇ ਪਰਿਵਾਰ 'ਤੇ ਪੂਰੀ ਮਹਾਰਾਜ ਜੀ ਦਾ ਹੱਥ ਹੈ। ਤੇ ਆ ਲੜਕਾ ਬਾਹਰ ਗਿਆ ਹੈ ਔਰ ਇਹ ਵੀ ਮਹਾਰਾਜ ਜੀ ਦੀ ਦੇਣ ਹੈ। ਮਹਾਰਾਜ ਜੀ ਖੁਦ ਆ ਕੇ ਜਾਣੀ ਕਿ ਇਸ ਕਿਰਪਾ ਕੀਤੀ ਹੈ ਤੇ ਮੈਂ ਦੱਸੇ ਨਹੀਂ ਸਕਦਾ ਤੁਹਾਨੂੰ ਵੀ ਜਿੰਨੀ ਮਹਾਰਾਜ ਦੀ ਸਾਡੇ ਪਰਿਵਾਰ 'ਤੇ ਕਿਰਪਾ ਰਹੀ ਹੈ। ਖਾਸ ਕਰ ਸਾਡੇ ਬਾਬਾ ਜੀ ਦੀ ਦੇਣ ਹੈ, ਜਿਨ੍ਹਾਂ ਦਾ ਮਹਾਰਾਜ ਹੁੰਦੇ ਨਾਲ ਅਥਾਹ ਪ੍ਰੇਮ ਸੀਗਾ। ਬੋਲੀਏ ਸਤਿਗੁਰ ਦੇਵ ਕੀ ਜੈ, ਬੰਦੀ ਛੋੜ ਮਹਾਰਾਜ ਕੀ ਜੈ। ਸਤਿ ਸਾਹਿਬ ਜੀ। ਹੁਣ ਅਸੀਂ ਸਾਡੇ ਵੀਰਾ ਹੁਸਨ ਲਾਲ ਜੀ ਦੇ ਘਰ ਆਏ ਹਾਂ। ਇਹਨਾਂ ਦਾ ਵੀ ਮਹਾਰਾਜ ਨਾਲ ਬਹੁਤ ਜ਼ਿਆਦਾ ਪ੍ਰੇਮ ਸੀ। ਹੁਣ ਇਹਨਾਂ 'ਤੇ ਅਸੀਂ ਮਹਾਰਾਜ ਦੇ ਪਰਚੇ ਬਾਰੇ ਸੁਣਾਂਗੇ। ਸਤਿ ਸਾਹਿਬ ਜੀ। ਸਤਿ ਸਾਹਿਬ ਜੀ। ਬੋਲ ਸਤਿਗੁਰ ਦੇਵ ਕੀ ਜੈ, ਬੰਦੀ ਛੋੜ ਮਹਾਰਾਜ ਕੀ ਜੈ, ਸਤਿਗੁਰ ਖੁੰਡੇ ਵਾਲੋਂ ਕੀ ਜੈ। ਮੇਰੇ ਨਾਲ ਜਿਹੜੀ ਮੈਂ ਆਪਣੀ ਹੱਡ ਬੀਤੀ ਤੁਹਾਨੂੰ ਦੱਸ ਰਿਹਾ ਵੀਰੋ, ਉਹ ਸਮਾਂ ਤਾਂ ਸੰਨ 82 ਦੇ ਵਿੱਚ ਮੈਨੂੰ ਮੇਰੀਆਂ ਭੈਣਾਂ, ਇਹਨੇ ਸਾਡੇ ਪਰਿਵਾਰ ਨੇ, ਸਾਡੀ ਮਾਤਾ ਨੇ, ਮੇਰੀ ਭੈਣ ਨੇ ਮਹਾਰਾਜ ਜੀ ਨੇ ਭਜਨ ਲਿਆ ਪਤਾ, ਮਹਾਰਾਜ ਬੜਿਆਂ ਤੇ ਮਹਾਰਾਜ ਗੰਗਾ ਨਾਥ ਜੀ ਨੇ ਮੈਨੂੰ ਬੋਲਿਆ ਵੀ ਤੂੰ ਨਾਮ ਭਜਨ ਲੈ ਲੈ। ਮੇਰੇ ਮਨ ਦੇ ਵਿੱਚ ਆਇਆ ਕੋਈ ਨਹੀਂ ਭੈਣੋ ਮੈਂ ਲਊਂਗਾ, ਮੈਂ ਮਹਾਰਾਜ ਜੀ ਦੇ ਭਜਨ ਲਊਂਗਾ, ਪਰ ਇੰਨਾ ਮੈਨੂੰ ਸਮਾਂ ਨਹੀਂ ਮਿਲਿਆ। ਸਮਾਂ ਲੈਂਦੇ ਸਮਾਂ ਮਹਾਰਾਜ ਜੀ ਨੇ ਥੋੜ੍ਹਾ ਸਮਾਂ ਵਿੱਚ ਮੈਨੂੰ ਮੇਰਾ ਵਿਛੋੜਾ ਪੈ ਗਿਆ ਉਹਨਾਂ ਦਾ। ਸਤਿਗੁਰ ਮੈਂ ਆਪਣਾ ਬਰਨਾਲੇ ਦੇ ਵਿੱਚ ਲੇਬਰ ਦਾ ਕੰਮ ਕਰਦਾ ਤਾ। ਲੇਬਰ ਦਾ ਕੰਮ ਕਰਦਿਆਂ ਮੈਨੂੰ ਸੁਪਨੇ ਦੇ ਵਿੱਚ ਮੇਰੇ ਮਹਾਰਾਜ ਸਤਿਗੁਰ ਆਏ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ, ਚੌਂਕ ਦੇ ਵਿੱਚ। ਉੱਥੇ ਚੌਂਕ ਦੇ ਵਿੱਚ ਆਣ ਕੇ ਮਹਾਰਾਜ ਨੇ ਚਿੱਟਾ ਬਾਣਾ ਪਾਇਆ ਵਾ, ਹੱਥ 'ਚ ਚਿੱਪੀ ਫੜੀ ਵੀ, ਐਨਕਾਂ ਲਾਈਆਂ ਵਾ ਮੇਰੇ ਸਤਿਗੁਰਾਂ ਨੇ, ਅਤੇ ਮਗਰ ਮੇਰੇ ਮਹਾਰਾਜ ਓਂਕਾਰ ਆਨੰਦ ਜੀ। ਪਰ ਮੇਰਾ ਜਿਹੜਾ ਫੈਸਲਾ ਹੈ ਨਾ ਵੀ ਮੈਂ ਕਦ ਭਜਨ ਨਾਲ, ਮਹਾਰਾਜ ਜੀ ਨੇ ਮੈਨੂੰ ਇਹ ਇਸ਼ਾਰਾ ਕਰਤਾ ਵੀ ਤੁਹਾਡੇ ਗੁਰੂ ਇਹੀ ਹੈਗੇ। ਹੁਣ ਅੱਗੇ ਮੈਂ ਜੇ ਮਹਾਰਾਜ ਦੀ ਕਿਰਪਾ ਹੋਵੇ ਤਾਂ ਸੁੱਤਿਆਂ ਨੂੰ ਜਗਾ ਦਿੰਦੇ। ਮੈਨੂੰ ਤਾਂ ਸਤਿਗੁਰਾਂ ਨੇ ਸੁੱਤਿਆਂ ਨੂੰ ਜਗਾਇਆ। ਮੇਰੇ ਵੀਰੋ ਥੋੜ੍ਹਾ ਵਿਸ਼ਵਾਸ ਰੱਖੋ, ਅਤੇ ਵਿਸ਼ਵਾਸ ਦੇ ਨਾਲ ਸਤਿਗੁਰ ਤਾਂ ਅੰਗ ਸੰਗ ਹੈਗੇ। ਮੇਰੇ ਕੋਲ ਤਾਂ ਬਹੁਤ ਕਿਰਪਾ ਕੀਤੀ ਮੇਰੇ ਸਤਿਗੁਰਾਂ ਨੇ। ਬਾਕੀ ਹੁਣ ਤੁਸੀਂ ਜਿੰਨਾ ਪਿਆਰ ਕਰੋਗੇ ਉਹਨਾਂ ਮਹਾਰਾਜ ਨੇੜਾ ਹੋ ਕੇ ਸੁਣੋਗੇ। ਫਿਰ ਤੁਸੀਂ ਸੁਪਨੇ 'ਚ ਤੋਂ ਬਾਅਦ ਮਹਾਰਾਜ ਕਾਰਨ ਤੋਂ ਨਾਮ ਨਾਲ ਲਿਆ ਜੀ? ਹਾਂਜੀ, ਮੈਂ ਮਹਾਰਾਜ ਓਂਕਾਰ ਆਨੰਦ ਤੋਂ ਲਿਆ, ਪਰ ਮੇਰੇ ਜਿਹੜੇ ਮਨ ਦਾ ਵਿਸ਼ਵਾਸ ਦਾ, ਮੇਰੇ ਮਨ 'ਤੇ ਵਿਸ਼ਵਾਸ ਹੋ ਗਿਆ ਵੀ ਮੇਰੇ ਸਤਿਗੁਰੂ ਭੂਰੀ ਵਾਲੇ ਭੇਖ ਹੈ। ਇਹ ਮੇਰੇ ਮਨ ਦਾ ਫੈਸਲਾ ਹੋਇਆ। ਪਹਿਲੇ ਮੇਰਾ ਮਨ ਅੱਗੇ ਪਿੱਛੇ ਹੁੰਦਾ ਤਾ, ਪਰ ਫਿਰ ਮੇਰੇ ਮਨ ਨੂੰ ਪੂਰਾ ਸੰਤੁਸ਼ਟੀ ਹੋ ਗਿਆ। ਪਰ ਜਿਹੜੇ ਮੇਰੇ ਸਤਿਗੁਰੂ ਹੈ
ਸਤਿਗੁਰ ਮਹਾਰਾਜ ਭੂਰੀ ਵਾਲੇ ਭੇ ਸੰਨ 82 ਦੇ ਵਿੱਚ ਮਹਾਰਾਜ ਜੀ ਨੇ ਡੱਲੇਵਾਲ ਕੁਟੀਆ ਦੇ ਵਿੱਚ ਪਾਠ ਰੱਖਿਆ ਵਾ ਤਾਂ ਸਾਡੀਆਂ ਭੈਣਾਂ, ਸਾਡੇ ਪਾਣੀ ਦੀ ਬਹੁਤ ਸਮੱਸਿਆ ਸੀ, ਪੀਣ ਵਾਲੇ ਪਾਣੀ ਦੀ ਬਹੁਤ ਸਮੱਸਿਆ ਸੀ। ਕੁੜੀਆਂ ਸਵੇਰ ਨੂੰ 4 ਵਜੇ ਸਾਡੀਆਂ ਭੈਣਾਂ ਪਾਣੀ ਲੈ ਕੇ ਆਈਆਂ, ਦੂਰ ਤੇ ਪਾਣੀ ਆਉਂਦਾ ਤਾ ਘੜਿਆਂ 'ਚ। ਸਵੇਰ ਨੂੰ ਮਹਾਰਾਜ ਜੀ ਉੱਠੇ, ਤੜਕੇ ਉੱਠਦੇ ਹੋਏ ਉਹਨੂੰ ਦੇਖਿਆ, ਦੇਵੀਓ ਤੁਸੀਂ ਕਿੱਥੋਂ ਆਈਆਂ? ਵੀ ਮਹਾਰਾਜ ਜੀ ਅਸੀਂ ਪਾਣੀ ਲੈ ਕੇ ਆਈਆਂ। ਸੋਰੀਓ ਇੱਦਾਂ ਹੀ ਠੰਡ ਦੇ ਵਿੱਚ ਤੁਸੀਂ ਪਾਣੀ ਲੈ ਕੇ ਆਈਆਂ? ਮਹਾਰਾਜ ਜੀ ਪਾਣੀ ਦੂਰ ਤੇ ਆਉਂਦਾ। ਸੋਰੀਓ ਹੈ ਪਾਣੀ ਹੈ ਨਹੀਂ ਇੱਥੇ। ਜਿਹੜੇ ਭਗਤ ਤੇ ਉਹਨਾਂ ਭਗਤਾਂ ਨੂੰ ਕਹਿੰਦੇ ਭਗਤੋ ਇਹਨਾਂ ਦੇਵੀਆਂ ਨੂੰ ਚਾਹ ਪਿਲਾਓ, ਇਹਨਾਂ ਨੂੰ ਦੁੱਧ ਪਿਲਾਓ। ਦੇਵੀਓ ਤੁਸੀਂ ਜਾਓ ਭੰਡਾਰ ਦੇ ਵਿੱਚ ਸੇਕੋ, ਇੰਨੀ ਠੰਡ ਵਿੱਚ ਐਡੀ ਦੂਰ ਤੇ ਤੁਸੀਂ ਪਾਣੀ ਲੈ ਕੇ ਆਈਆਂ। ਮਹਾਰਾਜ ਜੀ ਮੌਜ ਵਿੱਚ ਆਏ। ਮਹਾਰਾਜ ਜੀ ਦੇ ਪਰਚੇ ਤਾਂ ਬਹੁਤ ਅਨੰਤ ਪਰਚੇ ਹੈ। ਮਹਾਰਾਜ ਜੀ ਮੌਜ ਦੇ ਵਿੱਚ ਆਏ। ਮਹਾਰਾਜ ਜੀ ਨੇ ਖੜੇ ਹੋ ਕੇ ਉੱਥੇ ਖੁੰਡਾ ਮਾਰਿਆ। ਕਹਿੰਦੇ ਜਾ ਸੋਰੇ ਇੱਥੇ ਡੱਲੇਵਾਲ ਵਿੱਚ ਟਿਊਬਵੈੱਲ ਚੱਲੂਗੇ। ਜਿਹੜੇ ਸਾਡੇ ਟਿਊਬਵੈੱਲ ਕਾਰਪੋਰੇਸ਼ਨ ਦੇ ਇੰਚਾਰਜ ਤੇ ਉਹਨਾਂ ਨੇ ਵੀ ਕਹਿ ਦਿੱਤਾ ਵੀ ਸਾਡੇ ਬੀਜ ਦੇ ਵਿੱਚ ਪਾਣੀ ਤਾਂ ਹੈ ਹੀ ਨਹੀਂ। ਅਤੇ ਮਹਾਰਾਜ ਦੀ ਬਹੁਤ ਸਾਡੇ 'ਤੇ ਬਹੁਤ ਰਹਿਮਤ ਹੈ, ਬਹੁਤ ਸਾਡੇ 'ਤੇ ਕਿਰਪਾ ਹੈ। ਜਿਹੜਾ ਅੱਜ ਕੁਟੀਆ ਦੇ ਨਜ਼ਦੀਕ ਮਹਾਰਾਜ ਜੀ ਦੇ ਵਾਕਾਂ ਦੇ ਨਾਲ ਟਿਊਬਵੈੱਲ ਚੱਲਦਾ, ਅਸੀਂ ਉਹਦਾ ਪਾਣੀ ਸਾਡਾ ਸਾਰਾ ਨਗਰ ਹੋਰ ਕਈ ਪਿੰਡਾਂ ਨੂੰ ਪਾਣੀ ਸਪਲਾਈ ਹੋ ਜਾਂਦਾ। ਅਤੇ ਇੱਕ ਸੋਠਾ ਮਾਰ ਕੇ ਮਹਾਰਾਜ ਜੀ ਨੇ ਪਾਣੀ ਕੱਢ ਦਿੱਤਾ। ਜਿਹੜੇ ਬਰਮੇ ਲੱਗੇ ਹੋਏ ਉਹ ਕਹਿੰਦੇ ਫੇਲ ਹੋ ਗਏ, ਇੱਥੇ ਪਾਣੀ ਹੈ ਨਹੀਂ। ਹੁਣ ਪਾਣੀ ਕਿੱਥੋਂ ਆ ਗਿਆ? ਸਤਿਗੁਰਾਂ ਦੀ ਮਹਿਮਾ ਨਾਲ ਪਾਣੀ ਆਇਆ। ਬੋਲ ਸਤਿਗੁਰ। ਧੰਨ ਧੰਨ ਸਤਿਗੁਰ ਮਹਾਰਾਜ ਗੰਗਾਨੰਦ ਕੀ ਜੈ। ਮਹਾਰਾਜ ਜੀ ਦਾ ਸਾਡੇ ਪਰਿਵਾਰ ਦੇ ਨਾਲ ਸ਼ੁਰੂ ਤੋਂ ਹੀ ਬਹੁਤ ਪ੍ਰੇਮ ਰਿਹਾ। ਜਦੋਂ ਮਹਾਰਾਜ ਜੀ ਇੱਥੇ ਪਾਠ ਪ੍ਰਕਾਸ਼ ਕਰਨ ਆਉਂਦੇ ਸੀ ਤਾਂ ਇਸ ਜਗ੍ਹਾ 'ਤੇ ਉਹਨਾਂ ਦਾ ਆਸਣ ਲੱਗਿਆ ਹੁੰਦਾ ਸੀ। ਮਹਾਰਾਜ ਧੰਨ ਧੰਨ ਮਹਾਰਾਜ ਸਤਿਗੁਰ ਗੰਗਾਨੰਦ ਜੀ ਵਰਗੇ ਮਹਾਂਪੁਰਸ਼ ਮਿਲਣੇ ਬਹੁਤ ਮੁਸ਼ਕਿਲ ਹੈ, ਜਿਨ੍ਹਾਂ ਨੇ ਪੂਰੀ ਜ਼ਿੰਦਗੀ ਦੇ ਵਿੱਚ ਪੈਸੇ ਨੂੰ ਹੱਥ ਨਹੀਂ ਲਾਇਆ। ਔਰ ਜੋ ਕੁਛ ਉਹ ਕਹਿ ਗਏ ਸੀ ਉਹ ਉਹਨਾਂ ਦੇ ਜਾਣ ਤੋਂ 20-20 ਸਾਲ ਬਾਅਦ ਵੀ ਉਹ ਪੂਰਾ ਹੋ ਗਿਆ। ਸਤਿ ਸਾਹਿਬ ਜੀ, ਮੈਨੂੰ ਗੰਗਾਨੰਦ ਮਹਾਰਾਜ ਜੀ ਦਾ ਇੱਕ ਪਰਿਚੈ ਯਾਦ ਹੈ। ਉਹ ਮੇਰੀਆਂ ਅੱਖਾਂ ਦੇ ਸਾਹਮਣੇ ਹੋਇਆ ਉਹ। ਅਤੇ ਉਹ ਕਿਆ ਹੋਇਆ ਵੀ ਮਹਾਰਾਜ ਹੋਰੀ ਕਹਿੰਦੇ ਵੀ ਭਾਈ ਜਿਹਨੇ ਕਿਸੇ ਨੇ ਮਾਸ, ਸ਼ਰਾਬ ਜਾਂ ਹੁੱਕਾ ਤੰਬਾਕੂ ਛੱਡਣਾ ਉਹ ਭਾਈ ਛੱਡ ਸਕਦਾ ਹੈ, ਪਰ ਮੁੜ ਕੇ ਜੇ ਹੱਥ ਲਾਓਗੇ ਤਾਂ ਇਹਦਾ ਨੁਕਸਾਨ ਬਹੁਤ ਹੋਊਗਾ। ਅਤੇ ਸਾਡੇ ਚਾਚਾ ਜੀ ਇੱਥੇ ਪਰਸਰਾਮ ਰਾਮ ਸ਼ਾਹ ਫੌਜੀ ਦੇ ਡੈਡੀ, ਅਤੇ ਉਹ ਕਹਿੰਦੇ ਵੀ ਮੈਂ ਮਹਾਰਾਜ ਹੁੱਕਾ ਛੱਡਣਾ। ਕਹਿੰਦੇ ਪਰਸਰਾਮਾ ਤੂੰ ਤਾਂ ਹੁੱਕਾ ਕਦੇ ਰੱਖਦਾ ਹੀ ਨਹੀਂ ਧਰਤੀ ਪਰ, ਹੱਥ 'ਚ ਫੜ ਕੇ ਰੱਖਦਾ ਹੈ, ਅਤੇ ਤੂੰ ਨਾ ਛੱਡ। ਉਹ ਕਹਿੰਦਾ ਮਹਾਰਾਜ ਮੈਂ ਛੱਡਣਾ। ਉਹਨਾਂ ਨੇ ਉੱਥੇ ਚੂੜੀ ਛਡਾ ਦਿੱਤੀ ਅਤੇ ਪਰਸਰਾਮ ਚਾਚਾ ਜੀ ਘਰ ਆ ਗਏ। ਘਰ ਆਏ ਅਤੇ ਉਹਨਾਂ ਨੂੰ ਕੋਈ 2-4 ਘੰਟੇ ਬਾਅਦ ਨਾ ਸੂਲ ਲੱਗ ਗਿਆ ਪੇਟ ਨੂੰ, ਉਹਨੂੰ ਮੇਟਣ ਲੱਗ ਗਏ ਧਰਤੀ 'ਤੇ। ਜਾਣੀ ਇੱਦਾਂ ਲੱਗਦੇ ਸੀਗੇ ਵੀ ਜਿੱਦਾਂ ਵੀ ਹੁਣ ਵੀ ਗਏ ਅਤੇ ਜਰਾ ਕੁ ਨੂੰ ਗਏ ਜਾਂ ਘੰਟੇ ਨੂੰ ਗਏ। ਅਤੇ ਉਹ ਤੋਂ ਬਾਅਦ ਨਾ ਉਹਨੂੰ ਕਈਆਂ ਲੋਕਾਂ ਨੇ ਕਿਹਾ ਵੀ ਤੂੰ ਹੁੱਕਾ ਪੀ ਲੈ ਯਾਰ, ਵੀ ਤੈਨੂੰ ਹੁੱਕਾ ਪੀਣਾ ਨਹੀਂ, ਤੂੰ ਠੀਕ ਹੋਣਾ ਹੈ। ਉਹ ਨਹੀਂ ਕਿਸੇ ਦੀ ਗੱਲ ਮੰਨਿਆ, ਕਹਿੰਦਾ ਮਰ ਜੂੰਗਾ। ਜਿਹੜਾ ਮਹਾਰਾਜ ਮੂਹਰੇ ਛੱਡਤਾ ਨਾ ਉਹ ਨਹੀਂ ਮੈਂ ਪੀਂਦਾ। ਫਿਰ ਮਹਾਰਾਜ ਜੀ ਇੱਥੇ ਸਾਡੇ ਬੜਾ ਭੋਗ ਰੱਖਿਆ ਹੋਇਆ ਸੀ ਅਤੇ ਮਹਾਰਾਜ ਹੋਰਾਂ ਨੂੰ ਜਾ ਕੇ ਦੱਸਿਆ ਜੀ ਪਰਸਰਾਮ ਤਾਂ ਘੜੀਆਂ ਪਲਾਂ ਪਰ ਹੀ ਹੈ, ਉਹ ਤਾਂ ਮਿਟਣ ਲੱਗ ਗਿਆ ਵੀ ਉਹ ਤਾਂ ਸੂਲ ਲੱਗ ਗਿਆ ਜੀ ਹੁੱਕੇ ਦੇ ਬਿਨਾਂ। ਫਿਰ ਮਹਾਰਾਜ ਜੀ ਆਪ ਆਏ। ਮਹਾਰਾਜ ਕਹਿੰਦੇ ਵੀ ਪਰਸਰਾਮਾ ਵੀ ਤੂੰ ਹੁੱਕਾ ਪੀ ਲਿਆ ਯਾਰ, ਵੀ ਜ਼ਿੰਦਗੀ ਨਾਲੋਂ ਪਿਆਰੀ ਚੀਜ਼ ਕੋਈ ਨਹੀਂ ਹੈਗੀ। ਬਈ ਗਊ ਵੀ ਜੇ ਪੇਟ ਪਾੜਨ ਨੂੰ ਆਵੇ ਤਾਂ ਉਹ ਵੀ ਕੁਛ ਨਹੀਂ ਲੱਗਦੀ। ਕਹਿੰਦਾ ਮਹਾਰਾਜ ਜੀ ਮੈਂ ਤੁਹਾਨੂੰ ਵਚਨ ਦੇ ਚੁੱਕਿਆ ਵਾਂ, ਮੈਂ ਮਰ ਜਾਵਾਂ ਮੈਂ ਰਹਿ ਜਾਵਾਂ, ਮੈਨੂੰ ਹੁੱਕੇ ਬਾਰੇ ਗੱਲ ਨਾ ਮੇਰੇ ਨਾਲ ਕਰਿਓ। ਫਿਰ ਮਹਾਰਾਜ ਜੀ ਹੋਰੀ ਕਹਿੰਦੇ ਵੀ ਤੇਰਾ ਹੱਠ ਹੈ ਇਹ? ਕਹਿੰਦਾ ਹਾਂ ਜੀ ਮੈਂ ਮਰਨਾ ਚਾਹੁੰਦਾ, ਮੈਂ ਮਰ ਜੂੰਗਾ ਪਰ ਹੁੱਕੇ ਨੂੰ ਹੱਥ ਨਹੀਂ ਲਾਊਂਗਾ। ਅਤੇ ਮਹਾਰਾਜ ਜੀ ਹੋਰੀ ਫਿਰ ਕਹਿੰਦੇ ਉੱਠ ਕੇ ਬੈਠ, ਫਿਰ ਕਰ ਚੂੜੀ ਚਿੱਪੀ 'ਚੋਂ ਜਲ ਦਿੱਤਾ, ਕਹਿੰਦੇ ਪੀ ਲੈ ਇਹਨੂੰ। ਇੱਕ ਦਿੱਤੀ ਇਲਾਇਚੀ, ਉਹ ਲਗਭਗ 3-4 ਮਿੰਟ ਦੇ ਵਿੱਚ ਹੀ ਬਿਲਕੁਲ ਸਹੀ ਹੋ ਗਏ। ਅਤੇ ਉਹ ਤੋਂ ਬਾਅਦ ਉਹ ਲਗਭਗ 20-25 ਸਾਲ ਜੀਏ ਹੋਣਗੇ ਅਤੇ ਉਹਨਾਂ ਨੂੰ ਕਦੇ ਵੀ ਦਰਦ ਨਹੀਂ ਹੋਈ। ਸਤਿ ਸਾਹਿਬ।